गुड इवनिंग एवरीवन। अगर ਤੁਹਾਨੂੰ ਮੇਰੀ ਆਡੀਓ ਕਲੀਅਰ ਆ ਰਹੀ ਹੈ ਤਾਂ ਇੱਕ ਵਾਰ ਮੈਨੂੰ ਕਮੈਂਟ ਕਰਕੇ ਦੱਸ ਦਿਓ। ਦੈਨ ਉਸ ਤੋਂ ਬਾਅਦ ਆਪਾਂ ਆਪਣਾ ਜੀਓਗ੍ਰਾਫੀ ਦਾ ਜੋ ਸੈਸ਼ਨ ਹੈ ਉਹ ਸਟਾਰਟ ਕਰਾਂਗੇ। गुड इवनिंग एवरीवन। अगर ਤੁਹਾਨੂੰ ਮੇਰੀ ਓਕੇ ਆਡੀਓ ਕਲੀਅਰ ਹੈ ਦੈਨ ਆਪਣਾ ਬਸ ਸੈਸ਼ਨ ਜੋ ਹੈ ਸਟਾਰਟ ਕਰਦੇ ਹਾਂ। ਸੋ ਅੱਜ ਜੋ ਆਪਾਂ ਡਿਸਕਸ ਕਰਾਂਗੇ ਫਰਸਟ ਜੀਓਗ੍ਰਾਫੀ ਨੂੰ ਲੈ ਕੇ ਕਿ ਜੋ ਪੀਸੀਐਸ ਐਗਜ਼ਾਮ ਹੈ ਪੰਜਾਬ ਸਿਵਲ ਸਰਵਿਸਿਜ਼ ਐਗਜ਼ਾਮ ਹੈ ਇਹਦੇ ਵਿੱਚ ਜੀਓਗ੍ਰਾਫੀ ਤੋਂ ਕਿਸ ਟਾਈਪ ਦੇ ਕੁਐਸਚਨਸ ਆਉਂਦੇ ਆ ਔਰ ਕਿਸ ਅਕੋਰਡਿੰਗ ਜੋ ਆਪਣੇ ਪਿਛਲੇ ਈਅਰਸ ਦੇ ਵਿੱਚ ਜੋ ਵੀ ਐਗਜ਼ਾਮਸ ਹੋਏ ਉਸ ਅਕੋਰਡਿੰਗ ਐਗਜ਼ਾਮ ਦੇ ਵਿੱਚ ਪੈਟਰਨ ਕਿਸ ਤਰ੍ਹਾਂ ਦਾ ਰਿਹਾ ਹੈ ਕੁਐਸਚਨ ਦਾ ਉਹ ਚੀਜ਼ਾਂ ਅੱਜ ਆਪਾਂ ਡਿਸਕਸ ਕਰਾਂਗੇ। ਸੋ ਅਗਰ ਆਪਾਂ ਔਨ ਐਨ ਐਵਰੇਜ ਦੀ ਗੱਲ ਕਰੀਏ ਕਿ ਪੀਸੀਐਸ ਦੇ ਪ੍ਰੀ ਐਗਜ਼ਾਮ ਦੇ ਵਿੱਚ ਇਸ ਸੈਸ਼ਨ ਦੇ ਵਿੱਚ ਆਪਾਂ ਸਿਰਫ ਪ੍ਰੀਲਿਮਸ ਦੇ ਉੱਪਰ ਹੀ ਫੋਕਸ ਕਰਾਂਗੇ ਕਿ ਜੋ ਪ੍ਰੀਲਿਮਸ ਦਾ ਪੇਪਰ ਹੁੰਦਾ ਪੀਸੀਐਸ ਦਾ ਉਹਦੇ ਵਿੱਚ ਔਨ ਐਨ ਐਵਰੇਜ ਜੀਓਗ੍ਰਾਫੀ ਚੋਂ ਕੁਐਸਚਨ ਕਿੰਨੇ ਆਉਂਦੇ ਆ। ਸੋ ਜੋ ਲਾਸਟ ਐਗਜ਼ਾਮ ਹੋਇਆ ਸੀ 2018 ਦਾ 2018 ਦਾ ਉਹਦੇ ਵਿੱਚ 7 ਕੁਐਸਚਨਸ ਆਏ ਸੀਗੇ। ਉਸ ਤੋਂ ਪਹਿਲਾਂ ਦੇ ਅਗਰ ਆਪਾਂ ਐਵਰੇਜ ਲੈ ਕੇ ਚੱਲੀਏ ਤਾਂ ਆਲਮੋਸਟ 13 ਕੁਐਸਚਨ ਵੀ ਆ ਜਾਂਦੇ ਆ 10 ਵੀ ਆ ਜਾਂਦੇ ਆ 8-9 ਵੀ ਆ ਜਾਂਦੇ ਤਾਂ ਐਵਰੇਜ ਦੇ ਤੌਰ ਤੇ ਅਗਰ ਆਪਾਂ 4-5 ਟਰਮਸ ਦੇ ਜੋ ਐਗਜ਼ਾਮਸ ਹੋਏ ਆ ਪੀਸੀਐਸ ਦੇ ਪ੍ਰੀ ਲੈਵਲ ਦੇ ਉਹਦੇ ਵਿੱਚ ਲੈ ਕੇ ਚੱਲੀਏ ਤਾਂ 10 ਕੁਐਸਚਨ ਜੋ ਹੈ 10 ਕੁਐਸਚਨਸ ਜੋ ਪੀਸੀਐਸ ਦਾ ਪ੍ਰੀ ਲੈਵਲ ਦਾ ਐਗਜ਼ਾਮ ਹੁੰਦਾ ਉਹਦੇ ਵਿੱਚ ਜੀਓਗ੍ਰਾਫੀ ਦੇ ਵਿੱਚ ਆਉਂਦੇ ਤਾਂ ਆਪਾਂ 10 ਕੁਐਸਚਨ ਦਾ ਐਵਰੇਜ ਲੈ ਕੇ ਚੱਲ ਸਕਦੇ ਹਾਂ ਕਿ 10 ਕੁਐਸਚਨ ਜੋ ਹੈ ਉਹ ਪੀਸੀਐਸ ਦੇ ਐਗਜ਼ਾਮ ਦੇ ਵਿੱਚ ਜੀਓਗ੍ਰਾਫੀ ਦੇ ਵਿੱਚ ਆਉਂਦੇ ਆ ਔਰ ਉਹ ਕੁਐਸਚਨਸ ਦਾ ਪੈਟਰਨ ਕਿਸ ਅਕੋਰਡਿੰਗ ਰਹਿੰਦਾ ਹੈ ਮਤਲਬ ਕਿਸ ਟਾਈਪ ਦੇ ਕਿਹੜੇ ਸੈਸ਼ਨ ਚ ਜੀਓਗ੍ਰਾਫੀ ਵੀ ਕਿਉਂਕਿ ਡਿਫਰੈਂਟ ਪਾਰਟਸ ਦੇ ਵਿੱਚ ਡਿਵਾਈਡਡ ਹੈ ਕਿਤੇ ਕਿਸ ਅਕੋਰਡਿੰਗ ਕੁਐਸਚਨਸ ਆਉਂਦੇ ਉਹ ਚੀਜ਼ਾਂ ਅੱਜ ਆਪਾਂ ਡਿਸਕਸ ਕਰਾਂਗੇ। ਸੋ ਔਨ ਐਨ ਐਵਰੇਜ 10 ਕੁਐਸਚਨਸ ਆਉਂਦੇ ਆ ਔਰ ਪੇਪਰ ਦੇ ਜਿੱਥੇ ਕੰਪੀਟੀਸ਼ਨ ਦੀ ਗੱਲ ਹੋਏ ਉੱਥੇ ਇੱਕ ਨੰਬਰ ਦੀ ਵੀ ਬਹੁਤ ਇੰਪੋਰਟੈਂਸ ਰੱਖਦੇ ਆ ਤਾਂ 10 ਕੁਐਸਚਨ ਦੇ ਲਿਹਾਜ਼ ਨਾਲ ਜੀਓਗ੍ਰਾਫੀ ਬਹੁਤ ਇੰਪੋਰਟੈਂਟ ਸਬਜੈਕਟ ਹੈ ਪੀਸੀਐਸ ਦੇ ਐਗਜ਼ਾਮ ਦੇ ਲਈ। ਤਾਂ ਜੀਓਗ੍ਰਾਫੀ ਜੋ ਹੈ 4 ਸੈਕਸ਼ਨ ਦੇ ਵਿੱਚ ਡਿਵਾਈਡਡ ਹੈ। ਇੱਕ ਆਪਣਾ ਆਂਦਾ ਹੈ ਫਿਜ਼ੀਕਲ ਜੀਓਗ੍ਰਾਫੀ ਦਾ ਸੈਸ਼ਨ ਜੋ ਸੈਕਸ਼ਨ ਹੁੰਦਾ ਫਿਜ਼ੀਕਲ ਜੀਓਗ੍ਰਾਫੀ ਦਾ ਇਹਦੇ ਵਿੱਚ ਜੋ ਪਾਰਟਸ ਆਉਂਦੇ ਆ ਜੀਓਮੋਰਫੋਲੋਜੀ ਜਿਹਦੇ ਵਿੱਚ ਆਪਾਂ ਅਰਥ ਦੀ ਗੱਲ ਕਰਦੇ ਹਾਂ ਅਰਥ ਦੀ ਲੇਅਰਸ ਕਿਹੜੀਆਂ ਨੇ ਕੋਰ ਮੈਂਟਲ ਕਰਸਟ ਜੋ ਲੇਅਰ ਹੁੰਦੇ ਆ ਐਟਮੋਸਫੇਰਿਕ ਲੇਅਰਸ ਕਿਹੜੀਆਂ ਨੇ ਅਰਥ ਦੇ ਅੰਦਰ ਇਹਨਾਂ ਚੀਜ਼ਾਂ ਬਾਰੇ ਸੋਲਰ ਸਿਸਟਮ ਦੇ ਬਾਰੇ ਜੋ ਅਰਥ ਦੀ ਗ੍ਰੈਵਿਟੇਸ਼ਨਲ ਫੋਰਸ ਹੈ ਜੋ ਸੋਲਰ ਸਿਸਟਮ ਦੀ ਰੈਵੋਲਿਊਸ਼ਨ ਹੈ ਮੂਨ ਦਾ ਹੈ ਜੋ ਸਨ ਦਾ ਸਿਸਟਮ ਹੈ ਇਹਨਾਂ ਚੀਜ਼ਾਂ ਬਾਰੇ ਆਪਾਂ ਜੀਓਮੋਰਫੋਲੋਜੀ 'ਚ ਪੜ੍ਹਦੇ ਹਾਂ। ਦੈਨ ਆਪਣਾ ਫਿਜ਼ੀਕਲ ਜੀਓਗ੍ਰਾਫੀ ਦੇ ਵਿੱਚ ਜੋ ਨੈਕਸਟ ਸੈਸ਼ਨ ਆਉਂਦਾ ਹੈ ਉਹ ਆਉਂਦਾ ਹੈ ਕਲਾਈਮੇਟੋਲੋਜੀ ਓਸ਼ਨੋਗ੍ਰਾਫੀ ਔਰ ਬਾਇਓ ਜੀਓਗ੍ਰਾਫੀ। ਫਿਜ਼ੀਕਲ ਜੀਓਗ੍ਰਾਫੀ ਦੇ ਵਿੱਚ ਆਪਾਂ 4 ਚੀਜ਼ਾਂ ਨੂੰ ਡਿਸਕਸ ਕਰਾਂਗੇ ਇਸ ਆਪਣੇ ਕੋਰਸ ਦੇ ਅੰਦਰ ਜੋ ਜੀਓਗ੍ਰਾਫੀ ਆਪਾਂ ਪੜਾਂਗੇ ਕੰਪਲੀਟ ਪ੍ਰੀ ਲੈਵਲ ਦੀ ਜੀਓਗ੍ਰਾਫੀ ਹੋਏਗੀ ਸਾਰਾ ਕੁਝ ਕਵਰ ਕੀਤਾ ਜਾਏਗਾ। ਫਿਜ਼ੀਕਲ ਜੀਓਗ੍ਰਾਫੀ ਦੇ ਅੰਦਰ ਕੰਪਲੀਟ ਜਿਓਮੋਰਫੋਲੋਜੀ ਕਲਾਈਮੇਟੋਲੋਜੀ ਦੇ ਵਿੱਚ ਜਿੱਥੇ ਰੇਨਫਾਲਸ ਦੀ ਪੂਰੀ ਸਾਈਕਲੋਨਸ ਦੀ ਟਾਈਡਸ ਦੀ ਗੱਲ ਹੁੰਦੀ ਹੈ ਸਾਰਾ ਕੁਝ ਓਸ਼ਨੋਗ੍ਰਾਫੀ ਓਸ਼ਨ ਹੈ ਜੋ ਆਪਣੇ ਜਿੰਨੇ ਵੀ ਓਸ਼ਨਸ ਹੈ ਉਹਨਾਂ ਦੇ ਟਾਈਪ ਸਭ ਤੋਂ ਡੀਪੈਸਟ ਮਰੀਨ ਟਰੰਚ ਕਿਹੜਾ ਹੈ ਸਭ ਤੋਂ ਡੀਪੈਸਟ ਟਰੰਚ ਕਿਹੜਾ ਹੈ ਇਹ ਸਭ ਚੀਜ਼ਾਂ ਡਿਸਕਸ ਕਰਾਂਗੇ ਔਰ ਬਾਇਓਜੀਓਗ੍ਰਾਫੀ ਨੂੰ ਡਿਸਕਸ ਕਰਾਂਗੇ। ਉਸ ਤੋਂ ਬਾਅਦ ਆਪਣਾ ਇੰਪੋਰਟੈਂਟ ਆਉਂਦਾ ਹਿਊਮਨ ਜੀਓਗ੍ਰਾਫੀ। ਅਗਰ ਆਪਾਂ ਪੰਜਾਬ ਪੀਸੀਐਸ ਦੀ ਗੱਲ ਕਰੀਏ ਤਾਂ ਪੰਜਾਬ ਪੀਸੀਐਸ ਦੇ ਅੰਦਰ ਹਿਊਮਨ ਜੀਓਗ੍ਰਾਫੀ ਦਾ ਟ੍ਰੈਂਡ ਜੋ ਹੈ ਜ਼ਿਆਦਾ ਇੰਕਰੀਜ਼ ਹੋ ਰਿਹਾ ਐਜ਼ ਕੰਪੇਅਰ ਟੂ ਬਾਕੀ ਜੋ ਸਿਵਲ ਸਰਵਿਸਿਜ਼ ਐਗਜ਼ਾਮ ਹੁੰਦੇ ਆ। ਪੰਜਾਬ ਪੀਸੀਐਸ ਦੇ ਵਿੱਚ ਜ਼ਿਆਦਾਤਰ ਜੋ ਕੁਐਸਚਨ ਹੈ ਹਿਊਮਨ ਜੀਓਗ੍ਰਾਫੀ ਤੇ ਆਉਂਦਾ ਹੈ ਮਤਲਬ ਹਿਊਮਨ ਜੀਓਗ੍ਰਾਫੀ ਦਾ ਜੋ ਪਾਰਟ ਹੈ ਉਹ ਜ਼ਿਆਦਾ ਮੈਕਸਿਮਮ ਕੁਐਸਚਨਸ ਦਾ ਕਵਰ ਹੁੰਦਾ ਹਿਊਮਨ ਜੀਓਗ੍ਰਾਫੀ ਦੇ ਅੰਦਰ ਪੋਪੂਲੇਸ਼ਨ ਦੇ ਬਾਰੇ ਟਰਾਂਸਪੋਰਟੇਸ਼ਨ ਦੇ ਬਾਰੇ ਐਕਸਪੋਰਟ ਇੰਪੋਰਟ ਦੇ ਬਾਰੇ ਇਕਨੋਮੀ ਦੇ ਬਾਰੇ ਕਿ ਬਾਕੀ ਦੀ ਜੋ ਸੈਟਲਮੈਂਟਸ ਹੈ ਉਸ ਕਿਸ ਅਕੋਰਡਿੰਗ ਹੈ ਉਹ 'ਚ ਸਭ ਚੀਜ਼ਾਂ ਆਪਾਂ ਡਿਸਕਸ ਕਰਾਂਗੇ। ਦੈਨ ਆਪਣਾ ਥਰਡ ਸੈਕਸ਼ਨ ਆ ਜਾਂਦਾ ਹੈ ਵਰਲਡ ਜੀਓਗ੍ਰਾਫੀ ਦੇ ਬਾਰੇ ਜਿਹਦੇ ਵਿੱਚ ਆਪਾਂ ਜੋ ਕੰਟੀਨੈਂਟਸ ਹੈ ਕੰਟੀਨੈਂਟਸ ਦੇ ਅੰਦਰ ਕਿਹੜੇ ਕੰਟੀਨੈਂਟ ਦੇ ਸਭ ਤੋਂ ਮਾਊਂਟੇਨ ਰੇਂਜਸ ਕਿਹੜੀ ਹਾਈਐਸਟ ਹੈ ਕਿਹੜਾ ਡੀਪੈਸਟ ਪੁਆਇੰਟ ਹੈ ਅਰਥ ਦੇ ਅੰਦਰ ਔਰ ਬਾਕੀ ਸਭ ਚੀਜ਼ਾਂ ਜੋ ਰਿਵਰਸ ਕਿਹੜੀਆਂ ਇੰਪੋਰਟੈਂਟ ਹੈ ਕਿਹੜੀ ਕੰਟਰੀ ਦੇ ਵਿੱਚ ਕਿਹੜੀ ਰਿਵਰ ਹੈ ਜੋ ਫਲੋ ਕਰ ਰਹੀ ਹੈ ਇਹ ਸਭ ਚੀਜ਼ਾਂ ਆਪਾਂ ਵਰਲਡ ਜੀਓਗ੍ਰਾਫੀ ਦੇ ਵਿੱਚ ਪੜਾਂਗੇ। ਔਰ ਆਪਣਾ ਫੋਰਥ ਔਰ ਮੋਸਟ ਇੰਪੋਰਟੈਂਟ ਪਾਰਟ ਆ ਜਾਂਦਾ ਹੈ ਇੰਡੀਅਨ ਜੀਓਗ੍ਰਾਫੀ ਦਾ। ਇੰਡੀਅਨ ਜੀਓਗ੍ਰਾਫੀ ਦੇ ਵਿੱਚ ਆਪਾਂ ਇੰਡੀਅਨ ਫਿਜ਼ੀਕਲ ਜੀਓਗ੍ਰਾਫੀ ਨੂੰ ਪੜਾਂਗੇ ਜਿਹਦੇ ਵਿੱਚ ਆਪਾਂ ਵੇਰੀਅਸ ਲੈਂਡਫਾਰਮ ਡਰੇਨੇਜ ਸਿਸਟਮ ਕਲਾਈਮੇਟ ਸੋਇਲ ਨੈਚੁਰਲ ਵੈਜੀਟੇਸ਼ਨ ਇਹ ਸਾਰਾ ਕੁਝ ਪੜਾਂਗੇ। ਔਰ ਅੱਜ ਆਪਾਂ ਜੋ ਹੈ ਡਰੇਨੇਜ ਦੇ ਬਾਰੇ ਪੜਾਂਗੇ ਜੋ ਹੁਣ ਸਿਲੇਬਸ ਨੂੰ ਡਿਸਕਸ ਕਰਨ ਤੋਂ ਬਾਅਦ ਆਪਾਂ ਟੌਪਿਕ ਸਟਾਰਟ ਕਰਾਂਗੇ। ਅੱਜ ਆਪਣਾ ਜੋ ਫਰਸਟ ਲੈਕਚਰ ਹੋਏਗਾ ਉਹ ਡਰੇਨੇਜ ਸਿਸਟਮ ਦੇ
ਵਿੱਚ ਉੱਪਰ ਹੋਏਗਾ। ਫਿਰ ਉਸ ਤੋਂ ਬਾਅਦ ਜਿੰਨੇ ਵੀ ਮਿਨਰਲਸ ਔਰ એનર્ਜੀ ਦੇ ਰਿਸੋਰਸਿਸ ਹੈ ਇੰਡੀਆ ਦੇ ਵਿੱਚ, ਉਹ ਸਾਰੇ ਇੰਡੀਆ ਦੀ ਪੋਪੂਲੇਸ਼ਨ ਦੀ ਗਰੋਥ, ਡਿਸਟ੍ਰੀਬਿਊਸ਼ਨ, ਮਾਈਗ੍ਰੇਸ਼ਨ, ਡੈਮੋਗ੍ਰਾਫਿਕ ਜੋ ਕੈਰੈਕਟਰਿਸਟਿਕਸ ਹੈ ਇਹਨਾਂ ਬਾਰੇ ਆਪਾਂ ਡਿਸਕਸ ਕਰਾਂਗੇ। ਸੋ ਜੀਓਗ੍ਰਾਫੀ ਨੂੰ ਆਪਾਂ 4 ਪਾਰਟਸ ਦੇ ਵਿੱਚ ਕਰਾਂਗੇ ਇਸ ਕ੍ਰੈਸ਼ ਕੋਰਸ ਦੇ ਅੰਦਰ, ਜਿਹਦੇ ਵਿੱਚ ਆਪਾਂ ਕੰਪਲੀਟ ਫਿਜ਼ੀਕਲ ਜੀਓਗ੍ਰਾਫੀ, ਵਰਲਡ ਐਂਡ ਇੰਡੀਆ ਬੋਥ, ਦੈਨ ਉਸ ਤੋਂ ਬਾਅਦ ਆਪਣੀ ਹਿਊਮਨ ਜੀਓਗ੍ਰਾਫੀ, ਦੈਨ ਵਰਲਡ ਜੀਓਗ੍ਰਾਫੀ ਔਰ ਇੰਡੀਅਨ ਜੀਓਗ੍ਰਾਫੀ ਜੋ ਆਪਾਂ ਕੰਪਲੀਟ ਕਰਾਂਗੇ। ਔਰ ਇਹਦੇ ਨਾਲ ਆਪਾਂ ਮੈਪਸ ਔਰ ਡਾਇਗਰਾਮਸ ਨੂੰ ਵੀ ਕਵਰ ਕਰਾਂਗੇ, ਕਿਉਂਕਿ ਮੈਪ ਬੇਸਡ ਜੋ ਕੁਐਸਚਨ ਹੈ ਉਹ ਪ੍ਰੀ ਐਗਜ਼ਾਮ ਦੇ ਵਿੱਚ ਡਾਇਰੈਕਟਲੀ ਜੋ MCQs ਕੁਐਸਚਨਸ ਹੁੰਦੇ ਉਹਨਾਂ ਵਿੱਚ ਜੋ ਹੈ ਡਾਇਰੈਕਟਲੀ ਆ ਜਾਂਦੇ। ਸੋ ਇਹ ਸਭ ਚੀਜ਼ਾਂ ਜੋ ਹੈ ਆਪਾਂ ਆਪਣਾ ਜੋ ਜੀਓਗ੍ਰਾਫੀ ਦਾ ਕੋਰਸ ਰਹੇਗਾ, ਆਪਣਾ PCS ਦਾ ਜੋ ਕੋਰਸ ਰਹੇਗਾ, ਇਹ ਸਭ ਚੀਜ਼ਾਂ ਆਪਾਂ ਜੀਓਗ੍ਰਾਫੀ ਦੇ ਸੈਸ਼ਨ ਦੇ ਵਿੱਚ ਕਵਰ ਕਰਾਂਗੇ। ਔਨ ਐਨ ਐਵਰੇਜ 10 ਕੁਐਸਚਨ ਆਉਂਦੇ ਹੀ ਆਉਂਦੇ। ਸੋ 10 ਕੁਐਸਚਨ ਦੇ ਲਿਹਾਜ਼ ਨਾਲ ਵੀ ਸੈਕਸ਼ਨ ਜੋ ਹੈ ਬਹੁਤ ਇੰਪੋਰਟੈਂਟ ਹੋ ਜਾਂਦਾ। 4 ਸੈਕਸ਼ਨਸ ਨੂੰ ਆਪਣਾ ਕੰਪਲੀਟ ਡਿਟੇਲ ਦੇ ਵਿੱਚ ਕਰਾਂਗੇ ਤਾਂ ਕਿ ਪ੍ਰੀ ਦੇ ਵਿੱਚ ਕੋਈ ਵੀ ਤੁਹਾਡਾ ਕੁਐਸਚਨ ਆਏ ਤੇ ਇਹਨਾਂ ਸੈਸ਼ਨ ਦੇ ਵਿੱਚੋਂ ਬਾਹਰ ਨਾ ਜਾਏ। ਅੱਜ ਜੋ ਆਪਾਂ ਆਪਣਾ ਮੇਨ ਸੈਸ਼ਨ ਕਰਾਂਗੇ ਉਹ ਆਪਾਂ ਕਰਾਂਗੇ ਅੱਜ ਡਰੇਨੇਜ। ਆਪਾਂ ਜੋ ਫਰਸਟ ਸਟਾਰਟ ਕਰ ਰਹੇ ਹਾਂ, ਆਪਾਂ ਇਸ ਕੋਰਸ ਦੇ ਵਿੱਚ ਫਰਸਟ ਜੋ ਹੈ ਇੰਡੀਅਨ ਜੀਓਗ੍ਰਾਫੀ ਨੂੰ ਸਟਾਰਟ ਕਰਾਂਗੇ। ਦੈਨ ਉਸ ਤੋਂ ਬਾਅਦ ਆਪਾਂ ਫਿਜ਼ੀਕਲ ਜੀਓਗ੍ਰਾਫੀ ਦੇ ਬਾਰੇ ਪੜਾਂਗੇ। ਦੈਨ ਉਸ ਤੋਂ ਬਾਅਦ ਆਪਾਂ ਐਂਡ ਦੇ ਵਿੱਚ ਜੋ ਹੈ ਵਰਲਡ ਜੀਓਗ੍ਰਾਫੀ ਦੇ ਬਾਰੇ ਪੜਾਂਗੇ। ਇਸ ਅਕੋਰਡਿੰਗ ਆਪਾਂ ਜੋ ਹੈ ਕਵਰ ਕਰਾਂਗੇ ਸਾਰਾ ਕੁਝ। ਔਰ ਜੋ ਹਿਊਮਨ ਜੀਓਗ੍ਰਾਫੀ ਆਪਾਂ ਇੰਡੀਅਨ ਜੀਓਗ੍ਰਾਫੀ ਔਰ ਵਰਲਡ ਜੀਓਗ੍ਰਾਫੀ ਦੋਨਾਂ ਦੇ ਵਿੱਚ ਹੀ ਜੋ ਹੈ ਆਪਣਾ ਕਵਰ ਕਰ ਲਾਂਗੇ। ਸੋ ਇਹ ਮੈਂ ਤੁਹਾਨੂੰ ਸਿਲੇਬਸ ਦੱਸਿਆ ਕਿ ਇਸ ਅਕੋਰਡਿੰਗ ਜੋ ਹੈ ਹਾਂਜੀ ਪੰਜਾਬ ਦਾ ਮੈਪ ਔਰ ਇੰਡੀਆ ਦਾ ਮੈਪ ਦੋਨਾਂ ਦਾ ਹੀ ਅਕੋਰਡਿੰਗ ਜੋ ਹੈ ਡਿਸਕਸ ਹੋਏਗਾ, ਕਿਉਂਕਿ ਪੰਜਾਬ PCS ਹੈ ਤਾਂ ਪੰਜਾਬ ਦਾ ਵੀ ਮੈਪ ਇੰਪੋਰਟੈਂਟ ਹੈ ਪਲੱਸ ਇੰਡੀਆ ਦਾ ਵੀ ਜੋ ਮੈਪ ਹੈ ਬਹੁਤ ਇੰਪੋਰਟੈਂਟ ਹੈ। ਤਾਂ ਉਸ ਅਕੋਰਡਿੰਗ ਜੋ ਆਪਾਂ ਸਾਰਾ ਕੁਝ ਕਵਰ ਕਰਾਂਗੇ। ਜੀਓਗ੍ਰਾਫੀ ਪੂਰੀ ਕੰਪਲੀਟ ਡਿਟੇਲ ਦੇ ਵਿੱਚ ਕਵਰ ਕੀਤੀ ਜਾਊਗੀ ਪ੍ਰੀ ਬੇਸਿਸ ਤੇ। ਸੋ ਅੱਜ ਆਪਣਾ ਜੋ ਮੇਨ ਟੌਪਿਕ ਸਟਾਰਟ ਕਰਾਂਗੇ ਆਪਾਂ ਡਰੇਨੇਜ ਸਿਸਟਮ ਆਫ ਇੰਡੀਆ। ਸੋ ਹੁਣ ਆਪਾਂ ਉਹ ਵਾਲਾ ਸਟਾਰਟ ਕਰਾਂਗੇ, ਜਿਹਦੇ ਵਿੱਚ ਫਰਸਟ ਮੈਂ ਤੁਹਾਨੂੰ ਸਾਰਾ ਜੋ ਵੀ ਰਿਵਰ ਸਿਸਟਮ ਹੈ ਉਹਦੇ ਬਾਰੇ ਦੱਸੂਗੀ। ਦੈਨ ਉਸ ਤੋਂ ਬਾਅਦ ਜੋ ਹੈ ਆਪਣਾ ਸਟਾਰਟ ਕਰਾਂਗੇ ਮੇਨ। ਸੋ ਅੱਜ ਦਾ ਆਪਣਾ ਮੇਨ ਟੌਪਿਕ ਜੋ ਸਟਾਰਟ ਕਰ ਰਹੇ ਹਾਂ ਆਪਣਾ ਡਰੇਨੇਜ ਸਿਸਟਮ ਆਫ ਇੰਡੀਆ, ਜੋ ਆਪਾਂ ਸਟਾਰਟ ਕਰਾਂਗੇ ਫਰਸਟ ਇੰਡੀਆ ਦੀ ਡਰੇਨੇਜ ਸਿਸਟਮ ਤੋਂ। ਤਾਂ ਫਰਸਟ ਮੈਂ ਤੁਹਾਨੂੰ ਉਹੀ ਦੱਸਿਆ ਕਿ ਆਪਾਂ ਇੰਡੀਅਨ ਜੀਓਗ੍ਰਾਫੀ ਦੇ ਬਾਰੇ ਪੜਾਂਗੇ, ਦੈਨ ਆਪਾਂ ਆਪਣੀ ਫਿਜ਼ੀਕਲ ਜੀਓਗ੍ਰਾਫੀ ਨੂੰ ਕਵਰ ਕਰਾਂਗੇ, ਦੈਨ ਉਸ ਤੋਂ ਬਾਅਦ ਜੋ ਆਪਣੀ ਵਰਲਡ ਜੀਓਗ੍ਰਾਫੀ ਨੂੰ ਸਟਾਰਟ ਕਰਾਂਗੇ। ਤਾਂ ਇੰਡੀਅਨ ਜੀਓਗ੍ਰਾਫੀ ਦਾ ਜੋ ਅੱਜ ਆਪਾਂ ਮੇਨ ਟੌਪਿਕ ਸਟਾਰਟ ਕਰਨ ਜਾ ਰਹੇ ਹਾਂ ਉਹ ਕਰ ਰਹੇ ਹਾਂ ਇੰਡੀਅਨ ਦਾ ਡਰੇਨੇਜ ਸਿਸਟਮ, ਜਿਹਦੇ ਵਿੱਚ ਆਪਾਂ ਜਿੰਨੀ ਵੀ ਰਿਵਰ ਦੇ ਡਰੇਨੇਜ ਸਿਸਟਮ ਹੈ ਉਹਨਾਂ ਨੂੰ ਕੰਪਲੀਟ ਪੜਾਂਗੇ। ਅੱਜ ਸਿਰਫ ਇੱਕ ਓਵਰਵਿਊ ਲਵਾਂਗੇ ਕਿ ਕਿਸ ਅਕੋਰਡਿੰਗ ਦੇ ਟੌਪਿਕਸ ਹੁੰਦੇ, ਕਿਸ ਅਕੋਰਡਿੰਗ ਦੇ ਕੁਐਸਚਨਸ ਆ ਜਾਂਦੇ। ਇਸ ਅਕੋਰਡਿੰਗ ਦਾ ਆਪਾਂ ਸਿਰਫ ਇੱਕ ਓਵਰਵਿਊ ਟਾਈਪ ਦਾ ਡਿਸਕਸ ਕਰਾਂਗੇ। ਦੈਨ ਜਦੋਂ ਕੋਰਸ ਸਟਾਰਟ ਹੋਏਗਾ ਪੂਰਾ ਡਿਟੇਲ ਡੈਪਥ ਦੇ ਅੰਦਰ ਆਪਾਂ ਸਾਰਾ ਕੁਝ ਜੋ ਹੈ ਆਪਣਾ ਡਿਸਕਸ ਕਰਾਂਗੇ। तो ये ਅੱਜ ਆਪਾਂ ਸਟਾਰਟ ਕਰਾਂਗੇ ਡਰੇਨੇਜ ਸਿਸਟਮ ਆਫ ਇੰਡੀਆ ਦਾ ਸਟਾਰਟ ਕਰਾਂਗੇ। ਸੋ ਇੰਡੀਆ ਦੇ ਵਿੱਚ ਜੋ ਡਰੇਨੇਜ ਹੈ ਉਹ ਵੀ ਜੋ ਰਿਵਰ ਸਿਸਟਮ ਹੈ ਉਹਨੂੰ ਦੋ ਪਾਰਟਸ ਦੇ ਵਿੱਚ ਡਿਵਾਈਡ ਕੀਤਾ ਗਿਆ ਹੈ। ਦੋ ਪਾਰਟਸ, ਇੱਕ ਰਿਵਰਸ ਉਹ ਜੋ ਹਿਮਾਲਿਆ ਤੋਂ ਓਰੀਜਿਨੇਟ ਹੁੰਦੀ ਹੈ ਔਰ ਦੂਸਰੀ ਰਿਵਰ ਉਹ ਜੋ ਆਪਣੀ ਪੈਨਿਸੂਲਰ ਤੋਂ ਪਲੇਟਿਓ ਤੋਂ ਓਰੀਜਿਨੇਟ ਹੁੰਦੀ ਹੈ। तो इस अकॉर्डिंग दो रिवर सिस्टम ਦੇ ਵਿੱਚ ਇੰਡੀਆ ਨੂੰ ਜੋ ਇੰਡੀਆ ਦਾ ਰਿਵਰ ਸਿਸਟਮ ਹੈ ਡਰੇਨੇਜ ਸਿਸਟਮ ਹੈ ਉਹਦੇ ਵਿੱਚ ਡਿਵਾਈਡ ਕੀਤਾ ਗਿਆ ਹੈ। ਤਾਂ ਪਹਿਲਾਂ ਆਪਾਂ ਉਹੀ ਡਿਸਕਸ ਕਰ ਲੈਂਦੇ ਹਾਂ ਕਿ ਦੋ ਜੋ ਰਿਵਰ ਸਿਸਟਮ ਦੇ ਵਿੱਚ ਡਿਵਾਈਡ ਕੀਤਾ ਹੋਇਆ ਇਹ ਹੁੰਦੇ ਕੀ ਹੈ ਐਗਜ਼ੈਕਟ ਦੇ ਵਿੱਚ, ਇਹਨਾਂ ਦੇ ਬਾਰੇ ਆਪਾਂ डिस्कस कर लेने, क्योंकि डायरेक्टली जो क्वेश्चंस है वो डायरेक्टली आ जाते हैं MCQs फॉर्म ਦੇ ਵਿੱਚ ਕਿ ਹਿਮਾਲਿयन रिवर्स ਦਾ ਕਿਹੜਾ कैरेक्टरिस्टिक है और जो अपनी पेनिसुलर रिवर्स ਹੁੰਦੀ ਹੈ ਇਹਨਾਂ ਦਾ ਕਿਹੜਾ कैरेक्टरिस्टिक्स है। तो फर्स्ट ਆਪਾਂ ਦੇਖ ਰਹੇ ਹਾਂ ਹਿਮਾਲਿਆ ਰਿਵਰਸ ਔਰ ਪੈਨਿਸੂਲਰ ਜੋ ਰਿਵਰ ਹੈ ਇਹਨਾਂ ਦੇ ਡਿਫਰੈਂਸ ਦੇ ਬਾਰੇ ਹੀ ਆਪਾਂ ਡਿਸਕਸ ਕਰਾਂਗੇ। ਉਸ ਤੋਂ ਬਾਅਦ ਕਿਉਂਕਿ ਜੋ ਰਿਵਰ ਸਿਸਟਮ ਨੂੰ ਸਟਾਰਟ ਕਰਨ ਤੋਂ ਪਹਿਲਾਂ ਆਪਾਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਹਿਮਾਲਿयन ਰਿਵਰ ਸਿਸਟਮ ਕੀ ਹੈ ਔਰ ਪੈਨਿਸੂਲਰ ਜੋ ਰਿਵਰ ਸਿਸਟਮ ਹੈ ਉਹ ਕੀ ਹੈ। ਉਸ ਤੋਂ ਬਾਅਦ ਹੀ ਆਪਣਾ ਰਿਵਰ ਨੂੰ ਜਾ ਕੇ ਜੋ ਨੌਲੇਜ ਹੈ ਆਪਣੀ ਕਲੀਅਰ ਹੋ ਸਕਦੀ ਹੈ। तो ਹਿਮਾਲਿयन ਰਿਵਰ ਦਾ ਓਰੀਜਨ ਕਿੱਥੋਂ ਹੁੰਦਾ ਹੈ, ਇੰਪੋਰਟੈਂਟ ਹੈ ਹਿਮਾਲਿਆਸ ਤੋਂ। ਜੋ ਮਾਊਂਟੇਨਸ ਹੁੰਦੇ ਉਹਨਾਂ ਤੋਂ ਇਹਦਾ ਮੇਨਲੀ ਜੋ ਗਲੇਸ਼ੀਅਰਸ ਹੁੰਦੇ ਉਹਨਾਂ ਤੋਂ ਓਰੀਜਿਨੇਟ ਹੁੰਦੀ ਹੈ। तो ਹਿਮਾਲਿयन ਰਿਵਰਸ ਦਾ ਓਰੀਜਨ ਹਿਮਾਲਿਆਸ ਤੋਂ ਹੁੰਦਾ ਹੈ। ਪੈਨਿਸੂਲਰ ਰਿਵਰ ਦਾ ਜੋ ਓਰੀਜਨ ਹੁੰਦਾ ਉਹ ਪੈਨਿਸੂਲਰ ਪਲੇਟਿਊਜ਼ ਔਰ ਸੈਂਟਰਲ ਹਾਈਲੈਂਡ ਹੈ ਉਹਨਾਂ ਤੋਂ ਹੁੰਦਾ ਹੈ। ਸੈਂਟਰਲ ਹਾਈਲੈਂਡ ਕੀ ਹੁੰਦਾ ਔਰ ਹਿਮਾਲਿਆਸ ਕੀ ਹੁੰਦੇ ਆਪਾਂ ਜਦੋਂ ਇੰਡੀਆ ਦੀ ਫਿਜ਼ੀਓਗ੍ਰਾਫੀ ਪੜਾਂਗੇ ਉਦੋਂ ਇਹ ਸਾਰਾ ਕੁਝ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ। ਫਿਜ਼ੀਓਗ੍ਰਾਫੀ ਦੇ ਅੰਦਰ ਆਪਾਂ ਮਾਊਂਟੇਨਸ, ਡੈਜ਼ਰਟ, ਕੋਸਟਲ ਲੈਂਡਸ, ਆਈਲੈਂਡਸ ਇਹ ਸਾਰਾ ਕੁਝ ਆਪਾਂ ਫਿਜ਼ੀਓਗ੍ਰਾਫੀ ਦੇ ਵਿੱਚ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ। ਅੱਜ ਆਪਾਂ ਜੋ ਹੈ ਆਪਣਾ ਰਿਵਰ ਸਿਸਟਮ ਦੇ ਬਾਰੇ ਡਿਸਕਸ ਕਰਾਂਗੇ। तो दो रिवर्स ਨੂੰ ਆਪਾਂ ਡਿਸਕਸ ਕਰ ਰਹੇ ਸੀ ਹਿਮਾਲਿयन ਰਿਵਰਸ ਔਰ ਪੈਨਿਸੂਲਰ ਰਿਵਰਸ। ਹਿਮਾਲਿयन ਰਿਵਰਸ ਹਿਮਾਲਿਆ ਤੋਂ ਓਰੀਜਿਨੇਟ ਹੁੰਦੀ ਹੈ, ਪੈਨਿਸੂਲਰ ਰਿਵਰ ਪੈਨਿਸੂਲਰ ਪਲੇਟਿਓ ਤੋਂ ਓਰੀਜਿਨੇਟ ਹੁੰਦੀ ਹੈ। ਬੇਸਿਨ ਦੇ ਸਾਈਜ਼ ਦੀ ਗੱਲ ਕਰੀਏ तो जो ਹਿਮਾਲਿयन ਰਿਵਰਸ ਹੁੰਦੀ ਹੈ ਇਹਨਾਂ ਦਾ ਜੋ ਬੇਸਿਨ ਦਾ ਸਾਈਜ਼ ਹੈ ਵੈਰੀ ਲਾਰਜ ਬੇਸਿਨ ਹੁੰਦਾ, ਡਰੇਨੇਜ ਬੇਸਿਨ ਹੁੰਦਾ ਔਰ ਕੈਚਮੈਂਟ ਏਰੀਆ ਵੀ ਇਹਨਾਂ ਦਾ ਜ਼ਿਆਦਾ ਹੁੰਦਾ। ਜੋ ਪੈਨਿਸੂਲਰ ਰਿਵਰ ਹੁੰਦੀ ਇਹਨਾਂ ਦਾ ਜੋ ਬੇਸਿਨ ਹੁੰਦਾ ਡਰੇਨੇਜ ਬੇਸਿਨ ਉਹ ਛੋਟਾ ਹੁੰਦਾ, ਸਮਾਲ ਹੁੰਦਾ, ਕੈਚਮੈਂਟ ਏਰੀਆ ਵੀ ਛੋਟਾ ਹੁੰਦਾ। ਇਹ ਬੇਸਿਨ ਕੀ ਹੁੰਦਾ ਮੈਂ ਤੁਹਾਨੂੰ ਇਹ ਵੀ ਐਕਸਪਲੇਨ ਕਰ ਦਿੰਦੀ ਹਾਂ। तो जो ਕੰਪਲੀਟ ਏਰੀਆ ਹੈ ਇਸ ਕੰਪਲੀਟ ਏਰੀਆ ਨੂੰ ਜੋ ਹੈ ਡਰੇਨੇਜ ਬੇਸਿਨ ਕਿਹਾ ਜਾਂਦਾ ਹੈ। ਇੱਕ ਰਿਵਰ ਦੇ ਡਰੇਨੇਜ ਬੇਸਿਨ ਦੇ ਅੰਦਰ ਕੀ ਆਂਦਾ, ਫਰਸਟ ਆਂਦਾ ਉਸ ਰਿਵਰ ਦਾ ਓਰੀਜਨ ਕਿ ਉਹ ਰਿਵਰ ਕਿੱਥੋਂ ਓਰੀਜਿਨੇਟ ਹੋ ਰਹੀ ਹੈ, ਦੈਨ ਉਹ ਰਿਵਰ ਜੋ ਹੈ ਕਿੱਥੇ ਉਹਦੀ ਐਂਡ ਹੋ ਰਹੀ ਹੈ, ਕਿਹੜੇ ਓਸ਼ਨ ਦੇ ਵਿੱਚ ਜਾ ਕੇ ਉਹ ਮਿਕਸ ਹੋ ਰਹੀ ਹੈ ਰਿਵਰ, ਜਿੱਥੇ ਉਹਨੂੰ ਮਾਊਥ ਕਹਿੰਦੇ ਉਹਦਾ। ਇਹ ਸਾਰੀ ਚੀਜ਼ਾਂ ਜੋ ਹੈ ਡਰੇਨੇਜ ਬੇਸਿਨ ਦੇ ਅੰਦਰ ਆਉਂਦੀ ਹੈ। ਡਰੇਨੇਜ ਬੇਸਿਨ ਦੇ ਅੰਦਰ ਕਿਹੜੀ ਟ੍ਰਿਬਿਊਟਰੀਜ਼ ਹੈ ਜੋ ਰਿਵਰ ਨੂੰ ਜੁਆਇਨ ਕਰ ਰਹੀ ਹੈ
एक छोटी रिवर जो लार्ज रिवर ਨੂੰ ਜੁਆਇਨ ਕਰਦੀ ਹੈ ਉਹਨੂੰ ਟ੍ਰਿਬਿਊਟਰੀ ਕਹਿੰਦੇ ਆ ਔਰ ਜਦੋਂ ਦੋ ਲਾਰਜਰ ਰਿਵਰਸ ਆਪਸ ਦੇ ਵਿੱਚ ਜੁਆਇਨ ਕਰਦੇ ਆ ਤਾਂ ਉਹਨੂੰ ਕਨਫਲੂਐਂਸ ਕਹਿੰਦੇ ਆ ਇਹਨਾਂ ਦੀ ਡੈਫੀਨੇਸ਼ਨ ਵੀ ਇੰਪੋਰਟੈਂਟ ਹੈ ਕਈ ਵਾਰ ਡਾਇਰੈਕਟਲੀ ਐਮਸੀਕਿਊਸ ਕੁਐਸਚਨ ਜੋ ਹੈ ਡੈਫੀਨੇਸ਼ਨ ਤੋਂ ਆ ਜਾਂਦਾ ਹੈ ਸੋ ਜਿੱਥੇ ਦੋ ਲਾਰਜਰ ਤੋਂ ਮੇਨ ਰਿਵਰਸ ਆਪਸ ਦੇ ਵਿੱਚ ਜੁਆਇਨ ਕਰਦੇ ਆ ਉਹਨੂੰ ਕਨਫਲੂਐਂਸ ਪੁਆਇੰਟ ਕਹਿੰਦੇ ਆ ਜਿੱਥੇ ਇੱਕ ਸਮਾਲ ਰਿਵਰ ਲਾਰਜ ਰਿਵਰ ਨੂੰ ਜੁਆਇਨ ਕਰਦੇ ਆ ਉਹਨੂੰ ਟ੍ਰਿਬਿਊਟਰੀ ਕਹਿੰਦੇ ਆ ਔਰ ਜਿੱਥੇ ਜੋ ਰਿਵਰ ਹੈ ਓਸ਼ਨ ਦੇ ਵਿੱਚ ਜਾ ਕੇ ਮਿਕਸ ਹੁੰਦੀ ਹੈ ਉਹਨੂੰ ਉਸ ਰਿਵਰ ਦਾ ਮਾਊਥ ਆਫ ਰਿਵਰ ਕਹਿੰਦੇ ਆ ਔਰ ਇੱਕ ਹੋਰ ਇੰਪੋਰਟੈਂਟ ਟਰਮ ਹੁੰਦੀ ਹੈ ਡਰੇਨੇਜ ਡਿਵੀਡੈਂਡ ਆਪਣਾ ਅੱਜ ਦੇ ਟੌਪਿਕ ਨੂੰ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਇਹ ਟਰਮੀਨੋਲੋਜੀ ਦੇ ਬਾਰੇ ਪਤਾ ਹੋਣਾ ਚਾਹੀਦਾ टर्मिनोलॉजी के बारे पता नहीं था कि ये वर्ड क्या रहेगा मैं ट्रिब्यूटरी वर्ड यूज़ करूँगी तो ट्रिब्यूटरी का मतलब की है कॉन्फ्लुएंस यूज़ करूँगी तो कॉन्फ्लुएंस का मतलब की है कॉन्फ्लुएंस का मतलब है जिथे दो मेन लार्जर रिवर्स आपस जाके ज्वाइन कर रहे हैं ट्रिब्यूटरी वो एरिया होंगे जिथे एक स्मॉलर रिवर जो है ਲਾਰਜਰ ਰਿਵਰ ਨੂੰ ਜੁਆਇਨ ਕਰੀ ਉਹਨੂੰ ਟ੍ਰਿਬਿਊਟਰੀ ਰਿਵਰ ਵੀ ਕਹਿੰਦੇ ਆ ਔਰ ਜੋ ਡਰੇਨੇਜ ਡਿਵੀਡੈਂਟ ਹੁੰਦਾ ਉਹ ਏਰੀਆ ਜੋ ਦੋ ਵਾਟਰ ਬਾਡੀਜ਼ ਨੂੰ ਡਿਵਾਈਡ ਕਰ ਰਿਹਾ ਹੋਵੇ ਦੋ ਰਿਵਰ ਦੇ ਡਰੇਨੇਜ ਸਿਸਟਮ ਨੂੰ ਜਿਹੜਾ ਏਰੀਆ ਡਿਵਾਈਡ ਕਰ ਰਿਹਾ ਹੋਵੇ ਉਹਨੂੰ ਜੋ ਹੈ ਡਰੇਨੇਜ ਡਿਵੀਡੈਂਟ ਕਹਿੰਦੇ तो इस कंप्लीट ਨੂੰ ਜੋ ਹੈ ਡਰੇਨੇਜ ਬੇਸਿਨ ਕਹਿੰਦੇ ਆਈ ਹੋਪ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ ਕਿਉਂਕਿ ਮੇਨ ਡਿਸਕਸ ਕਰਨ ਤੋਂ ਪਹਿਲਾਂ ਜੋ ਇਹ ਮੇਨ ਟਰਮੀਨੋਲੋਜੀ ਹੈ ਇਹਨੂੰ ਜੋ ਹੈ ਡਿਸਕਸ ਕਰਨਾ ਜ਼ਰੂਰੀ ਹੈ ਸੋ ਆਪਾਂ ਬੇਸਿਨ ਦੀ ਗੱਲ ਕਰ ਰਹੇ ਸੀ ਹਿਮਾਲयन ਰਿਵਰਸ ਦਾ ਜੋ ਬੇਸਿਨ ਹੈ ਡਰੇਨੇਜ ਬੇਸਿਨ ਹੈ ਉਹ ਲਾਰਜਰ ਹੁੰਦਾ ਔਰ ਪੈਨਿਸੂਲਰ ਰਿਵਰ ਦਾ ਜੋ ਡਰੇਨੇਜ ਕੈਚਮੈਂਟ ਏਰੀਆ ਹੈ ਉਹ ਸਮਾਲਰ ਹੁੰਦਾ ਇਹ ਇੱਕ ਮੇਨ ਡਿਫਰੈਂਸ ਹੈ ਡਾਇਰੈਕਟਲੀ ਕੁਐਸਚਨ ਆ ਜਾਂਦਾ ਹੈ ਕਿ ਕਿਹੜੀ ਰਿਵਰਸ ਦਾ ਕੈਚਮੈਂਟ ਏਰੀਆ ਜ਼ਿਆਦਾ ਹੁੰਦਾ ਤਾਂ ਪੈਨਿਸੂਲਰ ਰਿਵਰ ਦਾ ਕੈਚਮੈਂਟ ਏਰੀਆ ਜ਼ਿਆਦਾ ਹੁੰਦਾ ਔਰ ਜੋ ਹਿਮਾਲयन ਰਿਵਰਸ ਹੁੰਦੀਆਂ ਉਹਨਾਂ ਦਾ ਜੋ ਕੈਚਮੈਂਟ ਏਰੀਆ ਹੈ ਉਹ ਘੱਟ ਹੁੰਦਾ ਅਗਰ ਆਪਾਂ ਹੁਣ ਆਪਾਂ ਗੱਲ ਕਰਦੇ ਹਾਂ ਟਾਈਪਸ ਆਫ ਡਰੇਨੇਜ ਦੀ टाइप्स ड्रेनेज का केड़ा पैटर्न होंदा सो जो हिमालयन रिवर्स होंदी है वो एंटीसीडेंट होंदी है एंटीसीडेंट मतलब जिथों ओरिजिनेट होंदी है ट्राई करते हैं कि उस अकॉर्डिंग फ्लो करन और जो पेनिसुलर रिवर होंदी है वो सुपर इंपोज्ड होंदी है सुपर इंपोज मतलब जिद्दां दा उन्होंने रस्ता मिल जाता उस अकॉर्डिंग जो है फ्लो करन लग जाती है ड्रेनेज भी इन्हां दे फर्दर टाइप्स आ जाते हैं मैं तुहानूं भी डायग्राम के थ्रू एक्सप्लेन करूँगी हर चीज़ तुहानूं डायग्राम के थ्रू एक्सप्लेन करी जाएगी ताकि तुहानूं पिक्चर नूं देख के जो है अपनी अंडरस्टैंडिंग जो है बेटर होंदी तो उस अकॉर्डिंग तुहानूं आइडिया हो जाएगा तो ड्रेनेज सिस्टम की गल कर रहे सी आपां जो हिमालयन रिवर्स है उहदा जो हिमालयन रिवर्स होंदियां वो ज़्यादा जो है डेंड्रियाटिक पैटर्न ਨੂੰ फॉलो करदियां ने डेंड्रियाटिक पैटर्न इस अकॉर्डिंग तुसीं दे सकते हो जो ये वाला पैटर्न है इनू डेंड्रियाटिक पैटर्न कहते हैं ये ज़्यादातर जो है यूनीफॉर्म जो बेडरॉक होंदा उत्थे होंदा सपोज करो इत्थों जो है रिवर ओरिजिनेट हुई है इत्थों रिवर जो ओरिजिनेट होंदी है जिथे जिथे उन्हें सॉफ्ट सॉयल मिलती है उस अकॉर्डिंग जो है अपना कोर्स करती रहती है उस अकॉर्डिंग डेंड्रियाटिक एक ट्री लाइक जो स्ट्रक्चर है फॉर्मेशन करती रहती है और इस अकॉर्डिंग का जो है फॉर्मेशन होंदी है इनू कहते हैं डेंड्रियाटिक पैटर्न डायरेक्ट ही क्वेश्चन आ जाता है कि केड़ी रिवर है जो डेंड्रियाटिक पैटर्न फॉलो करती है तो जो हिमालयन रिवर्स होंदी है वो डेंड्रियाटिक पैटर्न फॉलो करती है बिकॉज उन्होंने वो रिवर एंटीसीडेंट होंदी है मतलब अपना जो फ्लो है उन्होंने नहीं छड्डदे इवन चाहे हार्ड रॉक आए वो ट्राई करते हैं कि उस हार्ड रॉक को भी ब्रेक करके जो है अपना फ्लो जो है मेनटेन कर लेंदी है तो ये फ्लो की जो डायरेक्शन है वो दिख रही है कि सेम है इस अकॉर्डिंग इस साइड के ही जा रही है इन्होंने अपना जो डायरेक्शन है वो नहीं चेंज की है चाहे हार्ड रॉक और सॉफ्ट रॉक के करके थोड़ा ट्री लाइक का इन्हों का स्ट्रक्चर बन जाता है लेकिन ये अपना फ्लो नहीं छड्डदियां जिस कोर्स तो ओरिजिनेट करदियां ने जसविंदर ये पर्टिकुलरली किसी बुक चों नहीं लिया पर जो इस कोर्स के विच आपां जो कंप्लीट स्टेपस को फॉलो करांगे NCERT भी होएगा जो स्टैंडर्ड बुक्स है उन्होंने दे विचों भी है सारा कुछ लिया जाएगा जो भी एग्जाम पॉइंट ऑफ व्यू तो इंपॉर्टेंट चीज़ां हैं वो सारी चीज़ों बारे आपां डिस्कस करांगे और जो बेस आपां NCERT प्लस जो स्टैंडर्ड बुक्स होंदी हैं जो PCSE लिए इंपॉर्टेंट होंदी हैं सारा कुछ तो आपां कवर करांगे सो डेंड्रियाटिक पैटर्न को फॉलो करते हैं हिमालय की जो रिवर सिस्टम होंदी है क्योंकि अपने एंटीसीडेंट ही जो फ्लो रखते हैं जिस साइड तो ओरिजिनेट होंदी है सेम फ्लो मेनटेन रखते हैं सैकेंड जो फ्लो आता है रेडियल पैटर्न कहते हैं इन्हों ड्रेनेज सिस्टम में सैकेंड जो अपना आता है उन्होंने रेडियल पैटर्न कहते हैं ये रेडियल पैटर्न जो है बाकी जो तीन पैटर्न है जो पेनिसुलर रिवर्स होंगे वो मेनटेन करदियां ने जो डेंड्रियाटिक पैटर्न होंदा इन्हों हिमालयन रिवर मेनटेन करती हैं ये रेडियल पैटर्न दे विच की हुंदा इत्थों टॉप तो एक रिवर ओरिजिनेट होंदी है फिर इस अकॉर्डिंग वो साइड दे विच है जिस अकॉर्डिंग उन्होंने जगह मिलती है उस अकॉर्डिंग फ्लो करती है और इस अकॉर्डिंग का पैटर्न बनाती है ये पैटर्न बहुत इंपॉर्टेंट है एग्जाम दे विच क्वेश्चन आ जाता है तो ये रेडियल पैटर्न फ्लो करती है जो पेनिसुलर रिवर होंदी है इत्थों सपोज एक रिवर ओरिजिनेट हो रही है उस तो बाद उन्होंने जिस अकॉर्डिंग डायरेक्शन मिली है उस अकॉर्डिंग चली जाती है क्योंकि वो सुपर इंपोज्ड जो है होंदी है उस तो बाद अपनी थर्ड टाइप आ जाती है थर्ड टाइप कहते हैं रेक्टेंगुलर पैटर्न
ਰੈਕਟੈਂਗੂਲਰ ਪੈਟਰਨ ਦੇ ਵਿੱਚ ਕੀ ਹੁੰਦਾ ਹੈ, ਰਿਵਰਸ ਹੁੰਦੀਆਂ, ਕਿਉਂਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਜੋ ਫਰਸਟ ਵਾਲਾ ਆਪਣਾ ਫਲੋ ਪੈਟਰਨ ਹੈ ਇਹ ਸਿਰਫ ਔਰ ਸਿਰਫ ਹਿਮਾਲयन ਰਿਵਰ ਫੋਲੋ ਕਰਦੀ ਹੈ। ਜੋ ਫਰਸਟ ਪੈਟਰਨ ਹੈ ਇਹਨੂੰ ਹਿਮਾਲयन ਰਿਵਰ ਫੋਲੋ ਕਰਦੀ ਹੈ। ਬਾਕੀ ਦੇ ਜੋ ਤਿੰਨ ਪੈਟਰਨ ਹੈ ਆਪਣੇ ਰੇਡੀਅਲ ਪੈਟਰਨ ਔਰ ਰੈਕਟੈਂਗੂਲਰ ਪੈਟਰਨ ਦੀ ਜੋ ਆਪਾਂ ਗੱਲ ਕਰ ਰਹੇ ਹਾਂ ਇਹਨੂੰ ਜੋ ਹੈ ਪੈਨਿਸੂਲਰ ਰਿਵਰ ਫੋਲੋ ਕਰਦੀ ਹੈ ਇਹਨਾਂ ਨੂੰ। ਕਿਉਂਕਿ ਜੋ ਹਿਮਾਲयन ਰਿਵਰ ਹੁੰਦੀ ਹੈ ਉਹ ਐਂਟੀਸੀਡੈਂਟ ਹੁੰਦੀ ਹੈ, ਮਤਲਬ ਆਪਣਾ ਕੋਰਸ ਨੂੰ ਮੇਨਟੇਨ ਰੱਖਦੀ ਹੈ, ਚਾਹੇ ਜਿੱਦਾਂ ਦਾ ਵੀ ਸੋਇਲ ਆਏ ਉਹ ਟਰਾਈ ਕਰਦੀ ਹੈ ਕਿ ਬ੍ਰੇਕ ਕਰਕੇ, ਚਾਹੇ ਮਾਊਂਟੇਨਸ ਕਿਉਂ ਨਾ ਹੋਏ, ਮਾਊਂਟੇਨਸ ਨੂੰ ਵੀ ਬ੍ਰੇਕ ਕਰਕੇ ਜੋ ਆਪਣਾ ਰਸਤਾ ਬਣਾ ਲੈਂਦੀ ਹੈ। ਬਾਕੀ ਦੀ ਜੋ ਪੈਨਿਸੂਲਰ ਰਿਵਰ ਹੁੰਦੀ ਹੈ ਉਹ ਆਪਣਾ ਰਸਤਾ ਖੁਦ ਨਹੀਂ ਬਣਾਉਂਦੀ, ਸੁਪਰ ਇੰਪੋਜ਼ਡ ਹੁੰਦੀ ਹੈ, ਉਹਨਾਂ ਨੇ ਜਿਸ ਸਾਈਡ ਦਾ ਜੋ ਰਸਤਾ ਮਿਲ ਜਾਂਦਾ ਉਸ ਅਕੋਰਡਿੰਗ ਜੋ ਹੈ ਫਲੋ ਕਰਦੀਆਂ। ਰੇਡੀਅਲ ਦੇ ਵਿੱਚ ਉਹਨਾਂ ਨੂੰ ਸਾਈਡ ਦੇ ਵਾਲਾ ਸਲੋਪ ਟਾਈਪ ਦੇ ਫਾਰਮ ਫਲੋ ਮਿਲ ਜਾਂਦਾ ਤੇ ਇਸ ਅਕੋਰਡਿੰਗ ਉਹ ਫਲੋ ਕਰਦੀਆਂ ਨੇ। ਔਰ ਰੈਕਟੈਂਗੂਲਰ ਦੇ ਵਿੱਚ ਜੋ ਫਾਲਟ ਲਾਈਨ ਹੁੰਦੀ ਹੈ, ਇਹ ਫਾਲਟ ਲਾਈਨ ਜੋ ਹੈ ਰੈਕਟੈਂਗੂਲਰ ਤੁਹਾਨੂੰ ਸ਼ੇਪ ਦਿਖ ਰਹੀ ਹੋਏਗੀ ਇਹ ਵਾਲੀ, ਇਸ ਟਾਈਪ ਦਾ ਪੈਟਰਨ ਹੁੰਦਾ ਹੈ। ਇਹ ਰਿਵਰਸ ਨਹੀਂ ਬਣਾਉਂਦੀ, ਇਹ ਉਹਨਾਂ ਨੂੰ ਆਲਰੇਡੀ ਜੋ ਹੈ ਬੈਡ ਰੌਕਸ ਦੇ ਵਿੱਚ ਇਹ ਜੋ ਪੈਟਰਨ ਹੈ ਮਿਲ ਜਾਂਦਾ ਹੈ, ਜਿੱਦਾਂ ਦਾ ਉਹਨੂੰ ਥੋੜਾ ਜਿਹਾ ਸਲੋਪ ਮਿਲਦੀ ਹੈ ਉਸੇ ਅਕੋਰਡਿੰਗ ਉਹ ਫਲੋ ਕਰਨ ਲੱਗ ਜਾਂਦੀ ਹੈ। ਥਰਡ ਫਲੋ ਜੋ ਹੈ ਡਾਇਗਰਾਮ ਦੇ ਵਿੱਚ ਦਿਖ ਰਿਹਾ ਥੋੜਾ ਰੈਕਟੈਂਗੂਲਰ ਸ਼ੇਪ ਦਾ ਹੈ, ਇਹਨੂੰ ਰੈਕਟੈਂਗੂਲਰ ਪੈਟਰਨ ਕਹਿੰਦੇ। ਇਹ ਜੋ ਫਾਲਟ ਵਾਲੀ ਬੈਡ ਰੌਕਸ ਹੁੰਦੇ ਆ ਜਿਨ੍ਹਾਂ ਵਿੱਚ ਆਲਰੇਡੀ ਜੋ ਹੈ ਫਾਲਟ ਲਾਈਨ ਬਣੀ ਹੁੰਦੀ ਹੈ, ਉਸੇ ਫਾਲਟ ਲਾਈਨ ਦੇ ਥਰੂ ਰਿਵਰ ਨੂੰ ਜੋ ਰਸਤਾ ਮਿਲ ਜਾਂਦਾ ਤਾਂ ਉਸੇ ਅਕੋਰਡਿੰਗ ਹੈ ਫਲੋ ਕਰਦੇ ਰਹਿੰਦੀਆਂ ਨੇ। ਬੁੱਕਸ ਕੋਈ ਵੀ ਇੱਕ ਪਰਟੀਕੂਲਰ ਨਹੀਂ ਹੁੰਦੀ, ਹਰ ਇੱਕ ਬੁੱਕ ਦੇ ਵਿੱਚ ਜੋ ਹੈ ਹਰ ਇੱਕ ਚੀਜ਼ਾਂ ਇੰਪੋਰਟੈਂਟ ਹੁੰਦੀਆਂ, ਤਾਂ ਇਸੇ ਕੋਰਸ ਦੇ ਵਿੱਚ ਹਰ ਇੱਕ ਬੁੱਕ ਦਾ ਜੋ ਵੀ ਇੰਪੋਰਟੈਂਟ ਚੀਜ਼ਾਂ ਹੈ ਉਹ ਸਾਰਿਆਂ ਦਾ ਹੀ ਤੁਹਾਨੂੰ ਕੰਪਾਈਲੇਸ਼ਨ ਜੋ ਹੈ ਮਿਲੇਗਾ। ਜੋ ਫੋਰਥ ਆਪਣਾ ਜੋ ਪੈਟਰਨ ਹੁੰਦਾ ਉਹ ਹੁੰਦਾ ਹੈ ਟ੍ਰੈਲਿਸ ਪੈਟਰਨ, ਇਹਨੂੰ ਕਹਿੰਦੇ ਆ। ਟ੍ਰੈਲਿਸ ਪੈਟਰਨ ਵੀ ਜੋ ਹੈ ਇਹ ਵੀ ਪੈਰੀਨੀਅਲ ਰਿਵਰ ਹੀ ਫੋਲੋ ਕਰਦੀ ਹੈ ਇਸ ਪੈਟਰਨ ਨੂੰ। ਇਸ ਪੈਟਰਨ ਦੇ ਵਿੱਚ ਕੀ ਹੁੰਦਾ, ਅਗਰ ਮੈਂ ਤੁਹਾਨੂੰ ਚੰਗੀ ਤਰ੍ਹਾਂ ਥੋੜਾ ਕਲਰ ਚੇਂਜ ਕਰਕੇ ਐਕਸਪਲੇਨ ਕਰਦੀ ਹਾਂ। ਫॉर सपोज ਇਹ ਦੋ ਹੈ ਹਾਰਡ ਬੈਡ ਰੌਕ, ਫॉर सपोज ਦੇ ਲਈ ਮੈਂ ਤੁਹਾਨੂੰ ਕਹਿ ਰਹੀ ਹਾਂ, ਔਰ ਇਹ ਦੋ ਜੋ ਹੈ ਇਹ ਮਿਡਲ ਦੇ ਵਿੱਚ ਹੈ ਇੱਕ ਸੌਫਟ ਬੈਡ ਰੌਕ ਹੈ। ਇਹ ਸਪੋਜ਼ ਦੇ ਲਈ ਲੈ ਲਓ, ਇੱਕ ਐਗਜ਼ਾਮਪਲ ਦੇ ਤੌਰ ਤੇ ਮੈਂ ਤੁਹਾਨੂੰ ਐਕਸਪਲੇਨ ਕਰ ਰਹੀ ਹਾਂ, ਇਹ ਆਪਾਂ ਟ੍ਰੈਲਿਸ ਪੈਟਰਨ ਨੂੰ ਡਿਸਕਸ ਕਰ ਰਹੇ ਹਾਂ। ਇਹ ਵਾਲੀ ਜੋ ਸਾਈਡ ਵਾਲੀ ਲਾਈਨਸ ਹੈ ਇਹ ਹਾਰਡ ਰੌਕ, ਇਹਨੂੰ ਕੰਸੀਡਰ ਕਰੋ, ਮਿਡਲ ਵਾਲੀ ਜੋ ਹੈ ਸੌਫਟ ਲਾਈਨ ਨੂੰ ਕੰਸੀਡਰ ਕਰੋ। ਹੁਣ ਰਿਵਰ ਜੋ ਪੈਰੀਨੀਅਲ ਰਿਵਰਸ ਹੁੰਦੀ ਹੈ ਉਹਨਾਂ ਦਾ ਫਲੋ ਇੰਨਾ ਫਾਸਟ ਨਹੀਂ ਹੁੰਦਾ, ਉਹ ਜੋ ਹਾਰਡ ਰੌਕਸ ਹੁੰਦੀਆਂ ਜੋ ਉਹਨਾਂ ਨੂੰ ਬ੍ਰੇਕ ਨਹੀਂ ਕਰ ਸਕਦੀਆਂ ਤਾਂ ਟਰਾਈ ਕਰਦੀ ਜਿੱਥੇ ਉਹਨੂੰ ਸੌਫਟ ਵਾਲੀ ਸੋਇਲ ਮਿਲ ਜਾਏ ਉੱਥੋਂ ਹੀ ਫਲੋ ਹੋਣਾ ਸ਼ੁਰੂ ਕਰ ਜਾਂਦੀ ਹੈ। ਤੇ ਜਦੋਂ ਇਹ ਜੋ ਮਿਡਲ ਵਾਲੀ ਤੁਹਾਨੂੰ ਲਾਈਨ ਦਿਖ ਰਹੀ ਹੈ ਇਸ ਅਕੋਰਡਿੰਗ ਇਹ ਜੋ ਹੈ ਸੌਫਟ ਸੋਇਲ ਹੈ, ਜਿੱਥੋਂ ਜਿੱਥੋਂ ਸੌਫਟ ਸੋਇਲ ਰਿਵਰ ਨੂੰ ਮਿਲ ਰਹੀ ਹੈ ਉਸ ਅਕੋਰਡਿੰਗ ਜੋ ਹੈ ਫਲੋ ਕਰ ਰਹੀ ਹੈ ਔਰ ਉਸ ਅਕੋਰਡਿੰਗ ਇੱਕ ਟ੍ਰੈਲਿਸ ਪੈਟਰਨ ਬਣਾ ਲੈਂਦੀ ਹੈ। ਟ੍ਰੈਲਿਸ ਪੈਟਰਨ ਜੋ ਹੈ ਵੀਕ ਔਰ ਸਟਰੋਂਗ ਜੋ ਬੈਡ ਰੌਕਸ ਹੁੰਦੇ ਉਹਨਾਂ ਦੇ ਉੱਪਰ ਇਸ ਅਕੋਰਡਿੰਗ ਦਾ ਜੋ ਹੈ ਰਿਵਰ ਇੱਕ ਡਰੇਨੇਜ ਪੈਟਰਨ ਜੋ ਹੈ ਬਣਾ ਲੈਂਦੀ ਹੈ। ਐਗਜ਼ਾਮਪਲ ਦੇ ਤੌਰ ਤੇ ਅਗਰ ਆਪਾਂ ਲਾਂਗੇ ਤਾਂ ਜੋ ਗੰਗਾ ਰਿਵਰ ਵਗੈਰਾ ਹੈ ਇਹਨਾਂ ਦਾ ਡੈਂਡਰੀਆਟਿਕ ਪੈਟਰਨ ਹੁੰਦਾ ਹੈ, ਔਰ ਜੋ ਕ੍ਰਿਸ਼ਨਾ ਕਾਵੇਰੀ ਰਿਵਰਸ ਨੂੰ ਅਗਰ ਤੁਸੀਂ ਦੇਖੋਗੇ ਤਾਂ ਉਹਨਾਂ ਦਾ ਜੋ ਥੋੜਾ ਹੈ ਟ੍ਰੈਲਿਸ ਪੈਟਰਨ ਜਾਂ ਫਿਰ ਰੈਕਟੈਂਗੂਲਰ ਪੈਟਰਨ ਹੁੰਦਾ ਹੈ। ਜੋ ਹਿਮਾਲयन ਰਿਵਰਸ ਹੁੰਦੀ ਜਿਹੜੀ ਵੀ ਹਿਮਾਲयन ਰਿਵਰਸ ਲੈ ਲਓ, ਚਾਹੇ ਗੰਗਾ ਰਿਵਰ ਲੈ ਲਓ ਚਾਹੇ ਬ੍ਰਹਮਪੁੱਤਰ ਰਿਵਰ ਲੈ ਲਓ, ਉਹਨਾਂ ਦਾ ਜੋ ਪੈਟਰਨ ਹੈ ਡੈਂਡਰੀਆਟਿਕ ਪੈਟਰਨ ਹੁੰਦਾ ਹੈ। ਔਰ ਜੋ ਸਾਊਥ ਵਾਲੀ ਅਗਰ ਰਿਵਰਸ ਨੂੰ ਤੁਸੀਂ ਦੇਖੋਗੇ ਤਾਂ ਉਹਨਾਂ ਦਾ ਪੈਟਰਨ ਥੋੜਾ ਰੈਕਟੈਂਗੂਲਰ ਜਾਂ ਫਿਰ ਟ੍ਰੈਲਿਸ ਵਾਲਾ ਪੈਟਰਨ ਹੁੰਦਾ ਹੈ। ਔਰ ਜਿੱਥੇ ਵੋਲਕੈਨਿਕ ਓਰੀਜਨ ਹੈ ਉੱਥੇ ਤੁਹਾਨੂੰ ਰੇਡੀਅਲ ਪੈਟਰਨ ਦੇਖਣ ਨੂੰ ਮਿਲੇਗਾ, ਜਿੱਥੇ ਵੋਲਕੈਨੋਸ ਵਗੈਰਾ ਦਾ ਓਰੀਜਨ ਹੈ ਉੱਥੇ ਤੁਹਾਨੂੰ ਰੇਡੀਅਲ ਪੈਟਰਨ ਦੇਖਣ ਨੂੰ ਮਿਲੇਗਾ। ਤੇ ਚਾਰ ਪੈਟਰਨ ਦੀ ਮੈਂ ਤੁਹਾਨੂੰ ਡੈਫੀਨੇਸ਼ਨ ਦੱਸੀ ਹੈ ਤੇ ਆਪਾਂ ਗੱਲ ਕਰ ਰਹੇ ਸੀ ਹਿਮਾਲयन ਐਂਡ ਪੈਨਿਸੂਲਰ ਰਿਵਰ ਦੀ। ਹਿਮਾਲयन ਰਿਵਰ ਚ ਐਂਟੀਸੀਡੈਂਟ ਫਲੋ ਹੁੰਦੀ ਰਿਵਰਸ, ਮਤਲਬ ਜੋ ਡੈਂਡਰੀਆਟਿਕ ਪੈਟਰਨ ਹੈ ਉਹਨੂੰ ਫੋਲੋ ਕਰਦੀ ਹੈ। ਔਰ ਜੋ ਪੈਨਿਸੂਲਰ ਰਿਵਰ ਹੁੰਦੇ ਉਹਦੇ ਵਿੱਚ ਰੇਡੀਅਲ, ਰੈਕਟੈਂਗੂਲਰ ਔਰ ਟ੍ਰੈਲਿਸ ਜੋ ਪੈਟਰਨ ਹੁੰਦੇ ਉਹ ਵਾਲੇ ਪੈਟਰਨਸ ਫੋਲੋ ਕੀਤੇ ਜਾਂਦੇ। ਫੋਰਥ ਆਪਾਂ ਡਿਫਰੈਂਸ ਕਰਦੇ ਹਾਂ ਵੈਲੀਜ਼ ਦਾ। तो जो ਹਿਮਾਲयन ਰਿਵਰਸ ਹੁੰਦੀ ਹੈ ਉਹਦੇ ਵਿੱਚ ਵੀ ਸ਼ੇਪ ਦੀ ਵੈਲੀਜ਼ ਹੁੰਦੀ ਹੈ। ਇਹ ਹਜੇ ਸਿਰਫ ਅੱਜ ਆਪਾਂ ਬੇਸਿਕਸ ਦੇ ਬਾਰੇ ਗੱਲ ਕਰ ਰਹੇ ਹਾਂ, ਕਿਉਂਕਿ ਕਿਸੇ ਵੀ ਟੌਪਿਕ ਨੂੰ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਮੇਨ ਜੋ ਹੈ ਟਰਮੀਨੋਲੋਜੀ ਦੇ ਬਾਰੇ ਪਤਾ ਹੋਣਾ ਚਾਹੀਦਾ ਕੀ ਚੀਜ਼ਾਂ ਹੈ ਕਿ ਉਸ ਤੋਂ ਬਾਅਦ ਹੀ ਬੈਟਰ ਡਿਸਕਸ ਆਪਾਂ ਕਰ ਪਾਵਾਂਗੇ। ਕਿਉਂਕਿ ਹੁਣ ਮੈਂ ਨੈਕਸਟ ਲੈਕਚਰ ਦੇ ਵਿੱਚ ਤੁਹਾਨੂੰ ਡਾਇਰੈਕਟਲੀ ਦੱਸਦਾ ਕਿ ਇਸ ਰਿਵਰ ਦਾ ਪੈਟਰਨ ਰੇਡੀਅਲ ਪੈਟਰਨ ਹੈ, ਤੁਹਾਨੂੰ ਅਗਰ ਇਹ ਨਹੀਂ ਪਤਾ ਹੈਗਾ ਕਿ ਰੇਡੀਅਲ ਪੈਟਰਨ ਕੀ ਹੈ ਤੁਹਾਨੂੰ ਸਮਝ ਨਹੀਂ ਆਏਗਾ, ਇਸ ਲਈ ਅੱਜ ਵਾਲਾ ਜੋ ਹੈ ਬੇਸਿਕ ਆਪਾਂ ਓਵਰਵਿਊ ਲਵਾਂਗੇ। ਵੈਲੀਜ਼ ਦੀ ਆਪਾਂ ਗੱਲ ਕਰ ਰਹੇ ਸੀ, ਹਿਮਾਲਿਆ ਦੇ ਵਿੱਚ ਜੋ ਹੈ ਵੀ ਸ਼ੇਪਡ ਵੈਲੀ ਹੁੰਦੀ ਹੈ। ਵੀ ਸ਼ੇਪ ਮਤਲਬ ਇਸ ਅਕੋਰਡਿੰਗ ਹੁੰਦੀ ਹੈ, ਕਿਉਂਕਿ ਹਿਮਾਲਿਆਸ ਦੇ ਵਿੱਚ ਮਾਊਂਟੇਨ ਹੁੰਦੇ ਇਸ ਅਕੋਰਡਿੰਗ ਇਧਰੋਂ ਮਾਊਂਟੇਨ ਹੁੰਦੇ ਤਾਂ ਮਿਡਲ ਦੇ ਵਿੱਚੋਂ ਜੋ ਹੈ ਰਿਵਰ ਫਲੋ ਕਰਦੀ ਹੈ ਇਧਰਲੀ ਡਾਇਰੈਕਸ਼ਨ ਨੂੰ, ਤਾਂ ਇੱਕ ਵੀ ਸ਼ੇਪ ਦੀ ਜੋ ਹੈ ਵੈਲੀਜ਼ ਬਣਾਉਂਦੀ ਹੈ। ਅਗਰ ਆਪਾਂ ਪੈਨਿਸੂਲਰ ਰਿਵਰ ਦੀ ਗੱਲ ਕਰੀਏ ਤਾਂ ਪੈਨਿਸੂਲਰ ਦੀ ਸਾਈਡ ਤੇ ਜੋ ਆਪਣਾ ਡੈਕਨ ਵਾਲਾ ਏਰੀਆ ਹੈ ਉੱਥੇ ਇਹਨੇ ਮਾਊਂਟੇਨਸ ਨੇ ਹਾਈ ਮਾਊਂਟੇਨਸ ਨਹੀਂ ਹੈਗੇ, ਤਾਂ ਉੱਥੇ ਥੋੜੀ ਸ਼ੈਲੋ ਵੈਲੀ ਬਣਾਉਂਦੀ ਹੈ। ਇਸ ਅਕੋਰਡਿੰਗ ਦੀ ਸ਼ੈਲੋ ਵੈਲੀਜ਼ ਹੁੰਦੀ, ਸ਼ੈਲੋ ਵੈਲੀਜ਼ ਹੁੰਦੀ ਇਧਰੋਂ ਮਿਡਲ ਦੇ ਵਿੱਚੋਂ ਜੋ ਹੈ ਰਿਵਰ ਫਲੋ ਕਰਦੀ ਹੈ। ਕਿਉਂਕਿ ਆਪਣੇ ਡੈਕਨ ਸਾਈਡ ਤੇ ਵੀ ਆਲ ਨੋ ਕਿ ਡੈਕਨ ਸਾਈਡ ਤੇ ਨੇ ਹਾਈ ਰੇਂਜ ਤੇ ਮਾਊਂਟੇਨ ਨਹੀਂ ਹੈ, ਜ਼ਿਆਦਾ ਮਾਊਂਟੇਨਸ ਹੈ ਲੇਕਿਨ ਇਹਨਾਂ ਦੀ ਹਾਈਐਸਟ ਰੇਂਜ ਨਹੀਂ ਹੈ। ਅਗਰ ਨਾਰਥ ਦੇ ਆਪਾਂ ਗੱਲ ਕਰਾਂਗੇ ਹਿਮਾਲयन ਰੇਂਜ ਤਾਂ ਆਪਣਾ ਐਵਰੈਸਟ ਵੀ ਆ ਜਾਂਦਾ, ਕੰਚਨਜੰਗਾ ਵੀ ਆ ਜਾਂਦਾ, K2 ਵੀ ਆ ਜਾਂਦਾ, ਬਹੁਤ ਹੀ ਹਾਈਐਸਟ
ਮਾਊਂਟੇਨਸ ਹੈ ਜੋ, तो ਇਸ ਕਰਕੇ ਜੋ ਹਿਮਾਲਯਨਸ ਰਿਵਰ ਹੈ ਉਹ ਇੱਕ ਵੀ ਸ਼ੇਪਡ ਵੈਲੀ ਬਣਾਉਂਦੀ ਹੈ ਕਿਉਂਕਿ ਉੱਥੇ ਮਾਊਂਟੇਨਸ ਦੀ ਹਾਈਟ ਬਹੁਤ ਜ਼ਿਆਦਾ, ਉਹਨਾਂ ਨੂੰ ਥੋੜਾ ਜ਼ਿਆਦਾ ਸਪੀਡ ਦੇ ਨਾਲ ਨਿਕਲਣਾ ਪੈਂਦਾ, ਔਰ ਆਪਣੇ ਡੈਕਨ ਵਾਲੀ ਸਟੇਟ ਤੇ ਇੰਨੀ ਹਾਈਟ ਨਹੀਂ ਹੈਗੀ, ਤਾਂ ਸ਼ੈਲੋ ਵੈਲੀਜ਼ ਦੀ ਫਾਰਮੇਸ਼ਨ ਹੁੰਦੀ ਹੈ। ਸ਼ੈਲੋ ਵੈਲੀਜ਼ ਮਤਲਬ ਇਸ ਅਕੋਰਡਿੰਗ ਦੀ ਇਦਾਂ ਦੀ ਉਹਨਾਂ ਦੀ ਵੈਲੀ ਹੁੰਦੀ ਹੈ, ਔਰ ਜੋ ਹਿਮਾਲयन ਰਿਵਰਸ ਹੈ ਉਹਨਾਂ ਦੀ ਜੋ ਵੈਲੀ ਹੈ ਇਸ ਅਕੋਰਡਿੰਗ ਹੁੰਦੀ ਹੈ, ਵੀ ਸ਼ੇਪ ਦੀ ਵੈਲੀ ਦੀ ਫਾਰਮੇਸ਼ਨ ਹੁੰਦੀ ਹੈ। तो ये ਇਹਨਾਂ ਦਾ ਵੈਲੀਜ਼ ਦਾ ਜੋ ਹੈ ਡਿਫਰੈਂਸ ਹੈ। ਔਰ ਆਪਣੀ ਜੋ ਹੈ ਵਾਟਰ ਫਲੋ ਦੀ ਅਗਰ ਆਪਾਂ ਗੱਲ ਕਰੀਏ तो जो हिमालयन रिवर्स है वो ਪੈਰੇਨੀਅਲ ਫਲੋ ਹੁੰਦਾ ਹੈ। ਪੈਰੇਨੀਅਲ ਮਤਲਬ ਪੂਰੀ ਦੀ ਪੂਰੀ 12 ਮਹੀਨੇ ਫਲੋ ਕਰਦੀਆਂ ਨੇ, ਔਰ ਅਗਰ ਆਪਾਂ ਪੈਨਿਸੂਲਰ ਰਿਵਰ ਦੀ ਗੱਲ ਕਰੀਏ ਤਾਂ ਉਹ ਸੀਜ਼ਨਲ ਫਲੋ ਹੁੰਦਾ ਹੈ। रेडियल पैटर्न जो है, रेडियल पैटर्न जिथे वॉल्कैनिक ओरिजिन है, जिथे वॉल्कैनोज है उसे साइड ते तुहानूं मिलेगी। इंडिया दे विच साउथ दे विच इन्ना वॉल्कैनोज नहीं है, तो इदां दे रिवर्स बहुत रेयर केस है। जिथे साउथ दे विच थोड़ा जिथे वॉल्कैनोज दा ओरिजिन बहुत टाइम पहला होया सी उत्थे आपां नूं जो है रेडियल पैटर्न मिलेगा, मतलब वॉल्कैनोज जिथे हुंदे उत्थे रेडियल पैटर्न मिलेगा आपां नूं। ਪੈਨਿਸੂਲਰ ਰਿਵਰ ਜੋ ਹੈ ਉਹਦੇ ਸੀਜ਼ਨਲ ਹੁੰਦੀ ਹੈ, ਮਤਲਬ ਜਦੋਂ ਮੌਨਸੂਨ ਹੁੰਦਾ, ਜਦੋਂ ਰੇਨਫਾਲ ਹੁੰਦੀ ਹੈ ਉਸੇ ਉਦੋਂ ਹੀ ਉਹ ਫਲੋ ਕਰਦੀਆਂ ਨੇ। ਹੁਣ ਆਪਾਂ ਗੱਲ ਕਰਾਂਗੇ ਸਟੇਜਸ ਦੀਆਂ, ਤਾਂ ਹਿਮਾਲਯਸ ਦੀ ਜੋ ਰਿਵਰਸ ਹੁੰਦੀਆਂ ਉਹ ਜ਼ਿਆਦਾਤਰ ਯੰਗ ਰਹਿੰਦੀਆਂ ਨੇ, ਯੂਥਫੁਲ ਸਟੇਜ ਦੇ ਵਿੱਚ ਰਹਿੰਦੀਆਂ ਨੇ, ਔਰ ਜੋ ਪੈਨਿਸੂਲਰ ਰਿਵਰਸ ਹੈ ਉਹ ਆਲਮੋਸਟ ਜੋ ਹੈ 올ਡ ਹੋ ਚੁੱਕੀਆਂ ਕਿਉਂਕਿ ਉਹ ਪਲੈਟਿਊਜ਼ ਦੀ ਫਾਰਮੇਸ਼ਨ ਵੀ ਆਪਣੀ ਮਾਊਂਟੇਨਸ ਤੋਂ ਪਹਿਲਾਂ ਹੋਈ ਸੀਗੀ, ਤਾਂ ਇਸ ਲਈ ਇਹ ਰਿਵਰਸ ਥੋੜੀ 올ਡ ਮੰਨੀਆਂ ਜਾਂਦੀ। ਇਹਨਾਂ ਵਿੱਚ ਜੋ ਹੈ ਜੋ ਆਪਣਾ ਇਰੋਜਨ ਦਾ ਜੋ ਲੈਵਲ ਹੈ ਇਹ ਰੀਚ ਕਰ ਚੁੱਕੀਆਂ ਨੇ, ਔਰ ਹਿਮਾਲਯਸ ਦੀ ਜੋ ਰਿਵਰਸ ਹੈ ਹਜੇ ਵੀ ਯੂਥਫੁਲ ਸਟੇਜ ਦੇ ਵਿੱਚ ਹੀ ਹੈ। ਇੱਕ 7th ਬਹੁਤ ਇੰਪੋਰਟੈਂਟ ਪੁਆਇੰਟ ਹੈ ਮਿਆਂਡਰਸ ਦੀ, ਕਿ ਕਿਹੜੀ ਰਿਵਰਸ ਹੈ ਜੋ ਮਿਆਂਡਰਸ ਦੀ ਫਾਰਮੇਸ਼ਨ ਕਰਦੀ ਹੈ। तो जो हिमालयस ਦੀ रिवर्स है वो meanders ਦੀ जो है formation करती है। When these rivers enter the plains, there is a sudden reduction in the speed of the flow of water. Under these circumstances, these rivers form meanders and after shift their beds. तो हिमालयस ਦੀ जो river है meanders ਦੀ formation करती है, बल्कि जो peninsular river है वो meanders ਦੀ formation नहीं करती, because the hard rock surfaces and non-alluvial characters of the plateau permits little scope for the formation of meanders. The rivers of peninsular plateau have more or less straight course. ਸੋ ਜੋ ਆਪਣੀ ਪੈਨਿਸੂਲਰ ਰਿਵਰ ਹੁੰਦੀ ਇਹਨਾਂ ਦਾ ਕੋਰਸ ਸਟ੍ਰੇਟ ਕੋਰਸ ਹੁੰਦਾ, ਇਸ ਅਕੋਰਡਿੰਗ ਸਟ੍ਰੇਟ ਫਲੋ ਕਰਦੀਆਂ ਨੇ, ਔਰ ਜੋ ਹਿਮਾਲਯਸ ਰਿਵਰਸ ਹੁੰਦੀਆਂ ਮਿਆਂਡਰਸ ਦੇ ਵਿੱਚ ਫਲੋ ਕਰਦੀਆਂ। ਮਿਆਂਡਰਸ ਜੋ ਹੁੰਦੀਆਂ ਇਸ ਅਕੋਰਡਿੰਗ ਟੇਢੀ ਮੇਢੀ ਲਾਈਨਸ ਹੁੰਦੀਆਂ। ਮੈਂ ਤੁਹਾਨੂੰ ਮਿਆਂਡਰਸ ਵੀ ਐਕਸਪਲੇਨ ਕਰ ਦਿੰਦੀ ਹਾਂ। ਇਹ ਜੋ ਤੁਹਾਨੂੰ ਡਾਇਗਰਾਮ ਦੇਖ ਰਿਹਾ ਇੱਕ ਮਿਆਂਡਰ ਦਾ ਫਲੋ ਹੈ, ਹਿਮਾਲयन ਰਿਵਰ ਇਸ ਅਕੋਰਡਿੰਗ ਮਿਆਂਡਰਸ ਦੀ ਫਾਰਮੇਸ਼ਨ ਕਰਦੀ ਹੈ। ਇਦਾਂ ਦੀ ਜੋ ਜ਼ਿਗਜ਼ੈਗ ਵਾਲੀ ਟਾਈਪ ਹੈ ਆਪਣੀ, ਇਸ ਅਕੋਰਡਿੰਗ ਜੋ ਹੈ ਮਿਆਂਡਰਸ ਦੀ ਫਲੋ ਹੁੰਦੀ ਹੈ। ਇੱਥੇ ਇੱਕ ਇੰਪੋਰਟੈਂਟ ਕਨਸੈਪਟ ਆ ਜਾਂਦਾ ਆਕਸਬੋ ਲੇਕ ਦਾ, ਕਈ ਵਾਰ ਐਗਜ਼ਾਮ ਦੇ ਵਿੱਚ ਕੁਐਸਚਨ ਆ ਜਾਂਦਾ ਕਿ ਆਕਸਬੋ ਲੇਕ ਕੀ ਹੁੰਦੀ ਹੈ। तो मियांडर्स लेक ਦੇ ਵਿੱਚੋਂ ਹੀ ਜੋ ਹੈ ਆਕਸਬੋ ਲੇਕ ਦੀ ਫਾਰਮੇਸ਼ਨ ਹੁੰਦੀ ਹੈ। ਆਕਸਬੋ ਲੇਕ ਦੀ ਫਾਰਮੇਸ਼ਨ ਕਿੱਦਾਂ ਹੁੰਦੀ ਹੈ, ਇਸ ਅਕੋਰਡਿੰਗ ਹੁੰਦੀ ਹੈ। ਇਹ ਜੋ ਬਲੂ ਵਾਲੀ ਤੁਹਾਨੂੰ ਦਿਖ ਰਹੀ ਹੈ ਇੱਕ ਮਿयांडर ਲੇਕ ਹੈ। ਮਿयांडर ਲੇਕ ਇਸ ਅਕੋਰਡਿੰਗ ਪਹਿਲਾਂ ਫਲੋ ਕਰ ਰਹੀ ਸੀਗੀ, ਉੱਥੋਂ ਜਦੋਂ ਫਲੋ ਕਰਦੀ ਕਿਉਂਕਿ ਮਾਊਂਟੇਨਸ ਤੋਂ ਇਹ ਕੰਟੀਨਿਊਸਲੀ ਫਲੋ ਕਰਦੀਆਂ ਤਾਂ ਆਪਣੇ ਨਾਲੇ ਕਾਫੀ ਸੈਡੀਮੈਂਟਸ ਲੈ ਕੇ ਆਉਂਦੀ ਰਹਿੰਦੀ ਹੈ, ਤਾਂ ਬਹੁਤ ਸਾਰੇ ਸੈਡੀਮੈਂਟਸ ਦੀ ਆਉਣ ਦੀ ਵਜ੍ਹਾ ਨਾਲ ਆਪਸ ਦੇ ਵਿੱਚ ਇੱਥੋਂ ਜੁਆਇਨ ਹੋ ਜਾਂਦੀ ਹੈ, ਔਰ ਫਿਰ ਇੱਥੇ ਆਲਮੋਸਟ ਜੋ ਹੈ ਸੈਡੀਮੈਂਟਸ ਆ ਜਾਂਦੇ। ਇੱਥੇ ਸੈਡੀਮੈਂਟਸ ਦੀ ਡਿਪੋਜ਼ਿਟ ਹੋਣ ਦੀ ਵਜ੍ਹਾ ਨਾਲ ਜੋ ਹੈ ਰਿਵਰ ਇੱਧਰੋਂ ਸਾਈਡ 'ਤੇ ਰਹਿ ਜਾਂਦੀ, ਔਰ ਇੱਕ ਛੋਟਾ ਜਿਹਾ ਵਾਟਰ ਬੋਡੀ ਜੋ ਅਲੱਗ ਹੋ ਜਾਂਦਾ ਮੇਨ ਰਿਵਰ ਤੋਂ, ਫਿਰ ਉਹ ਇੱਕ ਅਲੱਗ ਜੀ ਲੇਕ ਦੀ ਫਾਰਮੇਸ਼ਨ ਕਰਦੇ ਹੈ ਜਿਹਨੂੰ ਕਿ ਆਪਾਂ ਆਕਸਬੋ ਲੇਕ ਕਹਿੰਦੇ ਹਾਂ। ਤਾਂ ਆਕਸਬੋ ਲੇਕ ਵੀ ਜੋ ਹੈ ਇਸ ਅਕੋਰਡਿੰਗ ਇੰਪੋਰਟੈਂਟ ਹੈ, ਡਾਇਰੈਕਟ ਐਗਜ਼ਾਮ ਦੇ ਵਿੱਚ ਕੁਐਸਚਨ ਆ ਜਾਂਦਾ ਹੈ। ਤਾਂ ਆਪਾਂ ਇਹ ਵਾਲਾ ਜੋ ਡਾਇਗਰਾਮ ਦੇਖ ਰਹੇ ਸੀਗੇ ਇਹਦੇ ਵਿੱਚ ਇੱਦਾਂ ਪਹਿਲਾਂ ਇੱਦਾਂ ਰਿਵਰ ਫਲੋ ਕਰ ਰਹੀ ਸੀਗੀ, ਦੈਨ ਫਲੋ ਦੇ ਨਾਲ ਉਹ ਕਾਫੀ ਆਪਣੇ ਨਾਲ ਜੋ ਹੈ ਸੈਡੀਮੈਂਟ ਲੈ ਕੇ ਆਈ, ਔਰ ਸੈਡੀਮੈਂਟਸ ਦੀ ਵਜ੍ਹਾ ਨਾਲ ਜੋ ਹੈ ਇੱਥੇ ਸੈਡੀਮੈਂਟਸ ਜੋ ਹੈ ਕਾਫੀ ਡਿਪੋਜ਼ਿਟ ਹੋ ਗਏ, ਜਿਹਦੀ ਵਜ੍ਹਾ ਨਾਲ ਇੱਕ ਛੋਟਾ ਜਿਹਾ ਵਾਟਰ ਬੋਡੀ ਸਾਈਡ ਤੇ ਅਲੱਗ ਹੋ ਗਿਆ, ਔਰ ਉਹਨੇ ਅਲੱਗ ਇੱਕ ਆਕਸਬੋ ਲੇਕ ਦੀ ਫਾਰਮੇਸ਼ਨ ਕੀਤੀ। ਆਕਸਬੋ ਲੇਕ ਨਾਮ ਇਸ ਲਈ ਪਿਆ ਕਿਉਂਕਿ ਜੋ ਸ਼ੇਪ ਹੈ ਇਹਦੀ ਥੋੜੀ ਜੋ ਬੁੱਲ ਹੁੰਦਾ ਉਹਦੇ ਸ਼ੂਜ਼ ਦੀ ਥੋੜੀ ਸ਼ੇਪ ਟਾਈਪ ਹੁੰਦੀ ਇਸ ਟਾਈਪ ਦੀ, ਤੇ ਇਸ ਲਈ ਇਹਨੂੰ ਆਕਸ ਨੂੰ ਬੁੱਲ ਵੀ ਕਹਿੰਦੇ ਆ, ਤੇ ਇਸ ਲਈ ਇਹਨੂੰ ਆਕਸਬੋ ਲੇਕ ਕਿਹਾ ਜਾਂਦਾ। ਮਿयांडर्स ਦੇ ਵਿੱਚੋਂ ਇਹਦੀ ਫਾਰਮੇਸ਼ਨ ਹੁੰਦੀ ਹੈ। ਡਾਇਰੈਕਟਲੀ ਐਗਜ਼ਾਮ ਦੇ ਵਿੱਚ ਕੁਐਸਚਨ ਆ ਜਾਂਦਾ ਹੈ ਕਿ ਆਕਸਬੋ ਲੇਕ ਦੀ ਫਾਰਮੇਸ਼ਨ ਕਿੱਦਾਂ ਹੁੰਦੀ ਹੈ। ਜਦੋਂ ਮਿयांडर्स ਜੋ ਰਿਵਰਸ ਮਿयांडर ਫਾਰਮ ਕਰਦੀਆਂ ਆਪਣੇ ਨਾਲ ਜ਼ਿਆਦਾ ਸੈਡੀਮੈਂਟ, ਜਦੋਂ ਸੈਡੀਮੈਂਟਸ ਲੈ ਕੇ ਆਉਂਦੀਆਂ ਉਹਦੇ ਨਾਲ ਇੱਕ ਜ਼ਿਆਦਾ ਸੈਡੀਮੈਂਟਸ ਦੇ ਇਕੱਠਾ ਹੋਣ ਦੀ ਵਜ੍ਹਾ ਨਾਲ ਇੱਕ ਛੋਟਾ ਜਿਹਾ ਵਾਟਰ ਬੋਡੀ ਸਾਈਡ ਤੇ ਅਲੱਗ ਹੋ ਜਾਂਦਾ, ਜਿਹਨੂੰ ਆਕਸਬੋ ਲੇਕ ਦੀ ਤਰ੍ਹਾਂ ਰੈਫਰ ਕਰਦੇ ਆਪਾਂ। तो ये सीगा मियांडर ਦਾ ਕਨਸੈਪਟ। ਹਿਮਾਲयन ਰਿਵਰਸ ਜੋ ਹੈ ਮਿयांडर्स ਦੀ ਫਾਰਮੇਸ਼ਨ ਕਰਦੀ ਹੈ, ਔਰ ਜੋ ਪੈਨਿਸੂਲਰ ਰਿਵਰ ਹੁੰਦੀ ਹੈ ਉਹਦੇ ਵਿੱਚ ਮਿयांडर्स ਦੀ ਫਾਰਮੇਸ਼ਨ ਨਹੀਂ ਹੁੰਦੀ, ਉਹ ਇੱਕ ਜੋ ਹੈ ਸਟ੍ਰੇਟ ਲਾਈਨ ਦੇ ਵਿੱਚ ਹੀ ਫਲੋ ਕਰਦੀਆਂ ਨੇ। ਨੈਕਸਟ ਆਪਣਾ 8th ਪੁਆਇੰਟ ਆ ਜਾਂਦਾ ਡੈਲਟਾ ਦੀ ਫਾਰਮੇਸ਼ਨ ਔਰ ਐਸਚੂਰੀਜ਼ ਦੀ ਫਾਰਮੇਸ਼ਨ। ਜੋ ਆਪਣੀ ਹਿਮਾਲयन ਦੀ ਰਿਵਰ ਹੈ ਇਹ ਡੈਲਟਾ ਦੀ ਫਾਰਮੇਸ਼ਨ, ਐਕਚੁਅਲੀ ਡੈਲਟਾ ਦੀ ਫਾਰਮੇਸ਼ਨ ਦੇ ਵਿੱਚ ਹਿਮਾਲਿਆ ਪੈਨਿਸੂਲਾ ਦਾ ਜ਼ਿਆਦਾ ਕਨਸੈਪਟ ਨਹੀਂ ਹੁੰਦਾ। ਜੋ ਈਸਟ ਫਲੋਇੰਗ ਰਿਵਰ ਹੈ ਉਹ ਡੈਲਟਾ ਦੀ ਫਾਰਮੇਸ਼ਨ ਕਰਦੀ ਹੈ, ਜੋ ਵੈਸਟ ਫਲੋਇੰਗ ਰਿਵਰ ਹੈ ਉਹ ਐਸਚੂਰੀਜ਼ ਦੀ ਫਾਰਮੇਸ਼ਨ ਕਰਦੀ ਹੈ। ਅਗਰ ਮੈਂ ਮੈਪ ਤੇ ਤੁਹਾਨੂੰ ਦੱਸਾਂ ਤਾਂ ਜਿਹੜੀ ਵੀ ਰਿਵਰ ਇਸ ਸਾਈਡ ਤੇ ਫਲੋ ਕਰਦੀ ਹੈ ਇਹ ਸਾਰੀਆਂ ਡੈਲਟਾ ਦੀ ਫਾਰਮੇਸ਼ਨ ਕਰਦੀਆਂ ਨੇ, ਔਰ ਜਿਹੜੀ ਰਿਵਰ ਇਸ ਸਾਈਡ ਤੇ ਜਾ ਰਹੀ ਡਰੇਨ ਹੁੰਦੀਆਂ
ਜੋ ਅਰੇਬੀਅਨ ਸੀ ਦੇ ਵਿੱਚ ਡਰੇਨ ਹੁੰਦੀਆਂ ਜਿਹੜੀ ਵੀ ਰਿਵਰਸ ਐਸਚੂਰੀਜ਼ ਦੀ ਫਾਰਮੇਸ਼ਨ ਕਰਦੀਆਂ ਨੇ, ਔਰ ਜਿਹੜੀ ਰਿਵਰਸ ਜੋ ਹੈ ਬੇ ਆਫ ਬੰਗਾਲ ਦੇ ਵਿੱਚ ਫਲੋ ਕਰਦੀਆਂ ਨੇ ਉਹ ਸਾਰੀਆਂ ਡੈਲਟਾ ਦੀ ਫਾਰਮੇਸ਼ਨ ਕਰਦੀਆਂ ਨੇ। ਬੇ ਆਫ ਬੰਗਾਲ ਦੇ ਵਿੱਚ ਜਿੱਦਾਂ ਬ੍ਰਹਮਪੁੱਤਰ, ਗੰਗਾ, ਮਹਾਨਦੀ, ਗੋਦਾਵਰੀ, ਕ੍ਰਿਸ਼ਨਾ, ਕਾਵੇਰੀ, ਇਹ ਸਾਰੀਆਂ ਬੇ ਆਫ ਬੰਗਾਲ ਦੇ ਵਿੱਚ ਡਰੇਨ ਹੁੰਦੀਆਂ, ਮਾਊਥ ਇਹਨਾਂ ਦਾ ਬੇ ਆਫ ਬੰਗਾਲ ਦੇ ਵਿੱਚ ਹੈ। ਤਾਂ ਇੱਧਰ ਇਹ ਜੋ ਹੈ इधरले पासे डेल्टा की फॉर्मेशन करती है, दूसरी साइड तो जो अपनी नर्मदा तापी है जो ईस्ट सॉरी वेस्ट फ्लोइंग जो रिवर्स है अरेबियन सी दे विच जो जाके मर्ज होंदियां ने, इत्थे जाके ड्रेन होंदियां ने, वो जो है एस्चुरी की फॉर्मेशन करती है। ड्रेन ये डेल्टा और एस्चुरीज की होंदा है मैं तुहानूं ये भी दस दिंदी हां। तो ये जो डायग्राम तुहानूं दिख रहा है ये है डेल्टा। डेल्टा जो है ज़्यादातर जो बे ऑफ बंगाल से जो रिवर जांदियां ने फॉर्म करदियां, वो रिवर अपने नाल बहुत सारे सैडीमेंट्स लेके आंदियां ने। जो फ्लो करदियां किसी एरिया तो अपने नाल आंदे आंदे काफ़ी सारी मिट्टी लैके आंदियां ने, और जो फिर वो बे ऑफ बंगाल ਦੇ ਵਿੱਚ ਡਰੇਨ ਹੋਣ ਲੱਗਦੀਆਂ ਤੇ ਇਸ ਅਕੋਰਡਿੰਗ ਜੋ ਹੈ ਸੈਡੀਮੈਂਟਸ ਉੱਥੇ ਇਕੱਠਾ ਹੋ ਜਾਂਦੇ ਆ ਔਰ ਉਹਨਾਂ ਨੂੰ ਆਪਣੇ ਆਪ ਫਲੋ ਕਰਨ ਲਈ ਫਿਰ ਸਾਈਡ ਤੋਂ ਫਲੋ ਕਰਦੀਆਂ ਇੱਧਰ ਉੱਧਰ ਸਾਈਡ ਤੋਂ ਫਲੋ ਕਰਦੀਆਂ ਨੇ। ਇਹਨੂੰ ਇਸ ਡਾਇਗਰਾਮ ਨੂੰ ਜੋ ਹੈ ਡੈਲਟਾ ਕਹਿੰਦੇ ਆ। ਔਰ ਵਰਲਡ ਦਾ ਸਭ ਤੋਂ ਲਾਰਜੈਸਟ ਡੈਲਟਾ ਜੋ ਹੈ ਸੁੰਦਰਬਨ ਡੈਲਟਾ ਹੈ, ਜੋ ਗੰਗਾ ਬ੍ਰਹਮਪੁੱਤਰ ਰਿਵਰ ਮਿਲ ਕੇ ਬਣਾਉਂਦੀਆਂ ਨੇ ਬੇ ਆਫ ਬੰਗਾਲ ਦੇ ਵਿੱਚ। ਇਹ ਡੈਲਟਾ ਦਾ ਜੋ ਹੈ ਡਾਇਗਰਾਮ ਹੈ। ਔਰ ਐਸਚੂਰੀਜ਼ ਦੇ ਵਿੱਚ ਕੋਈ ਵੀ ਸੈਡੀਮੈਂਟਸ ਨਹੀਂ ਹੁੰਦੇ, ਸਿੰਪਲੀ ਜੋ ਹੈ ਇਧਰੋਂ ਰਿਵਰ ਆਈ ਸਿੰਪਲੀ ਜੋ ਹੈ ਓਸ਼ਨ ਦੇ ਵਿੱਚ ਜਾਂ ਫਿਰ ਬੇ ਆਫ ਕਿਸੇ ਵੀ ਬੇ ਦੇ ਵਿੱਚ ਜਾਂ ਕਿਸੇ ਵੀ ਓਸ਼ਨ ਦੇ ਵਿੱਚ ਸਿੰਪਲੀ ਮਰਜ ਹੋ ਜਾਂਦੀ ਹੈ, ਉਹਨੂੰ ਐਸਚੂਰੀਜ਼ ਕਹਿੰਦੇ ਆ। और डेल्टा ਦੇ ਵਿੱਚ ਇਸ ਅਕੋਰਡਿੰਗ ਦਾ ਜੋ ਹੈ ਸੈਡੀਮੈਂਟਸ ਦਾ ਜੋ ਹੈ ਫਾਰਮੇਸ਼ਨ ਹੁੰਦੀ ਹੈ ਨੇ, ਜਿਹੜੀ ਵੀ ਆਪਣੀ ਈਸਟ ਫਲੋਇੰਗ ਰਿਵਰਸ ਹੈ ਗੰਗਾ, ਬ੍ਰਹਮਪੁੱਤਰ, ਕ੍ਰਿਸ਼ਨਾ, ਕਾਵੇਰੀ, ਇਹ ਸਾਰੀਆਂ ਡੈਲਟਾ ਦੀ ਫਾਰਮੇਸ਼ਨ ਕਰਦੀਆਂ ਨੇ। ਔਰ ਜੋ ਰਿਵਰ ਨਰਮਦਾ ਐਂਡ ਤਾਪੀ ਜੋ ਅਰੇਬੀਅਨ ਸੀ ਦੇ ਵਿੱਚ ਮਰਜ ਹੁੰਦੀਆਂ ਨੇ, ਜੋ ਰਿਵਰਸ ਇੱਧਰ ਮਰਜ ਹੁੰਦੀਆਂ ਨੇ ਉਹ ਸਾਰੀਆਂ ਜੋ ਹੈ ਫਾਰਮ ਕਰਦੀਆਂ ਨੇ ਆਪਣੇ ਐਸਚੂਰੀਜ਼ ਦਾ। ਬੁੱਕਸ ਦੀ ਅਗਰ ਬੁੱਕਸ ਦੀ ਗੱਲ ਕਰ ਰਹੇ ਹੋ ਜੋ ਤੁਸੀਂ बुक्स के उपर एज सच कुछ नहीं होंगे, तुसी केड़ी भी बुक फॉलो कर सकते हैं। एक बार चेक कर लेना कि केड़ी बुक की तुहानूं लैंगुएज ईजी लग रही है, दैन उस अकॉर्डिंग तुसी फॉलो कर सकते हैं। DR खुलर एंड माझे तुसी इहदे विच कुछ ज़्यादा डिफरेंस नहीं है, दोनों ऑलमोस्ट सेम है, बस लैंगुएज के उपर है। कई कुछ प्रेफर करते हैं, कई स्टूडेंट्स कुछ प्रेफर करते हैं, तो तुहाडे उपर डिपेंड है केड़ी बुक की तुहानूं लैंगुएज ईजी लगती है, तुसी फॉलो कर सकते हैं। सो आप गल कर रहे थे हिमालयन रिवर और पेनिसुलर रिवर की, तो ये चीज़ां आप डिस्कस कीतियां, बेसिक चीज़ां डिस्कस कीतियां, क्योंकि अज का टॉपिक या जोग्राफी नूं स्टार्ट करन तो पहले अगर आप इंडिया के ड्रेनेज सिस्टम के बारे ही डिस्कस करना तो बेसिक जो चीज़ां है आपां नूं पता होनी चाहिए। इस तो बाद ही आपां नूं कंप्लीट जो है ईजी होएगी समझण दे विच, क्योंकि डायरैक्टली अगर आप टॉपिक स्टार्ट कर देंगे तो बेसिक टर्म्स के बारे नहीं पता होएगी तो तुहानूं कुछ समझ भी नहीं आना, इसलिए ये सब चीज़ां भी डिस्कस करनियां जरूरी सीगियां। तो आप चीज़ां डिस्कस कीतियां हिमालयन और पेनिसुलर रिवर के बारे बेसिक डिस्कस किया है। इस तो बाद आप जो है हुण स्टार्ट करांगे हिमालयन रिवर्स के बारे। जिन्नियां भी हिमालयन रिवर्स है, मेन गंगा रिवर, ब्रह्मपुत्र रिवर, इंडस भी जो है हिमालय चों निकलदी, इन्हां नूं डिस्कस करांगे। दैन उस तो बाद आप अपनी इंडियन जो ड्रेनेज सिस्टम है इहदे विच पेनिसुलर रिवर नूं डिस्कस करांगे। सो ये अपनी जो रिवर है इधर इंडस हो गई, झेलम चिनाब हो गई, इधरले पासे अपनी दूसरी रिवर आ जाती, फिर गंगा हो गई रिवर, ब्रह्मपुत्र रिवर हो गई, ये हिमालयन रिवर्स है। नीचे वाली जो है कृष्णा, गोदावरी, महानदी, ये जो है अपनियां पेनिसुलर रिवर है। तो अज जो आप डिस्कस करांगे, अज आप ब्रह्मपुत्र रिवर दे बारे डिस्कस करांगे। नैक्सट वाले सैशन दे विच आपां अगे फिर फर्दर अपना गंगा ड्रेनेज सिस्टम या इंडस ड्रेनेज सिस्टम उहदे बारे डिस्कस करांगे। सो अज तो अपना ये सब चीज़ां आपां बेसिक डिस्कस कीतियां। आई होप तुहानूं चंगी तरह समझ आ रहा होएगा। अगर किसी भी चीज़ से इन्हां च डाउट है तुसीं मैनूं कमेंट करके पूछ सकते हो। हुण आपां स्टार्ट करते अपना ब्रह्मपुत्र रिवर सिस्टम के बारे। ब्रह्मपुत्र रिवर सिस्टम के बारे आपां डिस्कस वही चीज़ां करांगे जो PCS के एग्जाम के लिए इंपॉर्टेंट है। कित्थों क्वेश्चन आंदा है, किस टाइप के क्वेश्चन आंदे, मैं तुहानूं नाल दी नाल दसदी जाऊँगी। सो फर्स्ट ऑफ ऑल तो कई बार डायरैक्टली क्वेश्चन आंदा है ओरिजिन तो कि ब्रह्मपुत्र रिवर ओरिजिनेट कित्थों होंदी है, तो मानसरोवर लेक तिब्बत तो यह ओरिजिनेट होंदी है। टोटल लेंथ है यह 2900 किलोमीटर टोटल लेंथ है, पर इंडिया के कंप्लीट फ्लो नहीं करती है। इंडिया के ऑलमोस्ट 900 या 1000 किलोमीटर ही इंडिया के फ्लो करती है, बाकी का जो किलोमीटर एरिया है ये बाहर तिब्बत वाली साइड से ही कवर करती है। पर टोटल लेंथ है 2900। मानसरोवर लेक तो ओरिजिनेट होंदी है। तिब्बत के विच इहनूं जानिया जांदा है तसांगपो के नाम तो। तसांगपो तो मीनिंग है प्यूरीफायर। तसांगपो का अगर आप इंग्लिश के विच मीनिंग देखिए तो प्यूरीफायर इहदा मीनिंग है। तिब्बत के विच ब्रह्मपुत्र रिवर नूं तसांगपो के नाम तो जानते हैं। डायरैक्टली क्वेश्चन आ जाता है कि ब्रह्मपुत्र रिवर नूं तिब्बत वाले रीजन के की जाता है, तसांगपो तो जानते हैं। चाइना के इनू यारलंग चंगपो जिनजियान के नाम तो जो है जानते हैं। चाइना का नाम इन्ना नहीं आता। तिब्बत का जो नाम है वो बहुत बार आया। तसांगपो के नाम तो किहड़ी रिवर नूं आपां जानते हैं, ब्रह्मपुत्र रिवर नूं ही जानते हैं। बहुत सारी ये जो है तिब्बत के रीजन के बहुत सारी वैलीज़ की फॉर्मेशन करती है। तो उस तो बाद इंडिया के जो है नामचा बरवातो टन होंदी है। मैं तुहानूं मैप के उपर समझा दिंदी हां। ये जो है ब्रह्मपुत्र रिवर का ही जो है मैप है। इस साइड तो इधरों ये
मानसरोवर लेक है इधरली साइड ਤਾਂ ਇੱਧਰ ਇਹ ਓਰੀਜਨੇਟ ਹੋਈ ਹੈ। ਉਸ ਤੋਂ ਬਾਅਦ ਇੱਧਰੋਂ ਇਹ ਤਿੱਬਤ ਤੋਂ ਫਲੋ ਕਰਦੀ ਹੈ। ਤਿੱਬਤ ਦੇ ਵਿੱਚ ਇਹਨੂੰ ਤਸਾਂਗਪੋ ਦੇ ਨਾਮ ਤੋਂ ਜਾਣਦੇ ਆਪਾਂ। ਇਸ ਤੋਂ ਬਾਅਦ ਇੱਥੇ ਆ ਜਾਂਦੇ ਆਪਣੇ ਨਰਮਾ जो अपने हिमालयस ਦਾ ਇੱਧਰ ਆ ਜਾਂਦੇ ਇਹ ਵਾਲੇ ਹਿਮਾਲयस जो काफी हार्ड है तो इसलिए जो ब्रह्मपुत्र रिवर है वो सीधा नहीं जा पाती इस अकॉर्डिंग नहीं जा पाती वो इधरों जो है इंडिया ਵੱਲ ਨੂੰ टर्न हो जाती है। इधर ना अरुणाचल प्रदेश जो है इंडिया ਦੇ ਵਿੱਚ टर्न हो जाती है ਸਾਊਥ ਵੈਸਟ ਡਾਇਰੈਕਸ਼ਨ ਦੇ ਵਿੱਚ ਜੋ ਹੈ ਇੱਧਰ ਨੂੰ ਟਰਨ ਹੋ ਜਾਂਦੀ ਹੈ ਬ੍ਰਹਮਪੁੱਤਰ ਰਿਵਰ ਔਰ ਇੰਡੀਆ ਦੇ ਵਿੱਚ ਐਂਟਰ ਕਰ ਜਾਂਦੀ ਹੈ। ਇੰਡੀਆ ਦੇ ਵਿੱਚ ਸਭ ਤੋਂ ਪਹਿਲਾਂ ਜੋ ਹੈ ਅਰੁਣਾਚਲ ਪ੍ਰਦੇਸ਼ ਦੇ ਵਿੱਚ ਐਂਟਰ ਕਰਦੀ ਹੈ। अरुणाचल प्रदेश ਦੇ ਵਿੱਚ ਇਹਨੂੰ ਦਿਹਾਂਗ ਰਿਵਰ ਕਹਿੰਦੇ ਆ ਬਹੁਤ ਇੰਪੋਰਟੈਂਟ ਹੈ। ਸਾਦੀਆ ਪਲੇਸ ਹੈ ਡਿਸਟ੍ਰਿਕਟ ਹੈ ਜਿੱਥੇ ਐਂਟਰ ਕਰਦੀ ਹੈ ਇੰਡੀਆ ਦੇ ਵਿੱਚ ਅਰੁਣਾਚਲ ਪ੍ਰਦੇਸ਼ ਔਰ ਅਰੁਣਾਚਲ ਪ੍ਰਦੇਸ਼ ਦੇ ਵਿੱਚ ਇਹਨੂੰ ਬ੍ਰਹਮਪੁੱਤਰ ਰਿਵਰ ਨਹੀਂ ਕਹਿੰਦੇ ਬਹੁਤ ਇੰਪੋਰਟੈਂਟ ਪੁਆਇੰਟ ਹੈ ਦਿਹਾਂਗ ਰਿਵਰ ਕਹਿੰਦੇ ਆ ਅਰੁਣਾਚਲ ਪ੍ਰਦੇਸ਼ ਦੇ ਵਿੱਚ ਇਹਨੂੰ ਦਿਹਾਂਗ ਰਿਵਰ ਕਹਿੰਦੇ ਆ। ਜਦੋਂ ਇੱਥੇ ਆਉਂਦੀ ਹੈ ਇੱਥੇ ਜੋ ਐਂਟਰ ਹੋਈ ਇਹਨਾਂ ਵਾਲਾ ਜੋ ਏਰੀਆ ਹੈ ਇੰਨਾ ਏਰੀਆ ਇੱਥੇ ਇਹਨੂੰ ਦਿਹਾਂਗ ਰਿਵਰ ਕਿਹਾ ਜਾਂਦਾ ਬ੍ਰਹਮਪੁੱਤਰ ਨਹੀਂ ਕਿਹਾ ਜਾਂਦਾ। ਇੱਧਰ ਇਹਨੂੰ ਤਸਾਂਗਪੋ ਕਿਹਾ ਜਾਂਦਾ ਇੱਧਰ ਇਹਨੂੰ ਦਿਹਾਂਗਪੋ ਕਿਹਾ ਜਾਂਦਾ। ਹਜੇ ਜੋ ਇਹਦਾ ਨਾਮ ਹੈ ਹਜੇ ਬ੍ਰਹਮਪੁੱਤਰ ਨਹੀਂ ਲਿਆ ਗਿਆ ਹੈ ਬ੍ਰਹਮਪੁੱਤਰ ਨਾਮ ਹਜੇ ਨਹੀਂ ਆਇਆ। ਬ੍ਰਹਮਪੁੱਤਰ ਨਾਮ ਕਦੋਂ ਸ਼ੁਰੂ ਹੁੰਦਾ ਮੈਂ ਤੁਹਾਨੂੰ ਉਹ ਵੀ ਦੱਸਦੀ ਹਾਂ। तो अरुणाचल प्रदेश ਦੇ ਵਿੱਚ ਦਿਹਾਂਗ ਦੇ ਨਾਮ ਤੋਂ ਇਹਨੂੰ ਜਾਣਦੇ ਆ ਆਪਾਂ ਬ੍ਰਹਮਪੁੱਤਰ ਰਿਵਰ ਨੂੰ ਬਹੁਤ ਇੰਪੋਰਟੈਂਟ ਪੁਆਇੰਟ ਹੈ ਡਾਇਰੈਕਟਲੀ ਕੁਐਸਚਨ ਆ ਜਾਂਦਾ ਕਿ ਅਰੁਣਾਚਲ ਪ੍ਰਦੇਸ਼ ਦੇ ਵਿੱਚ ਦਿਹਾਂਗ ਰਿਵਰ ਦੇ ਨਾਮ ਦੇ ਨਾਲ ਕਿਹੜੀ ਰਿਵਰ ਨੂੰ ਰੈਫਰ ਕਰਦੇ ਤਾਂ ਬ੍ਰਹਮਪੁੱਤਰ ਦਾ ਹੀ ਨਾਮ ਹੈ ਉੱਥੇ ਦਿਹਾਂਗ ਰਿਵਰ। ਫਿਰ ਇੱਥੇ ਅਰੁਣਾਚਲ ਪ੍ਰਦੇਸ਼ ਦੇ ਵਿੱਚ ਇਹਦੇ ਵਿੱਚ ਇੱਕ ਦਿਬਾਂਗ ਰਿਵਰ ਹੈ ਨਾਰਥ ਵੱਲੋਂ ਬ੍ਰਹਮਪੁੱਤਰ ਨੂੰ ਜੁਆਇਨ ਕਰਦੇ ਇੱਕ ਲੋਹਿਤ ਰਿਵਰ ਹੈ ਜੋ ਸਾਊਥ ਵੱਲੋਂ ਜੋ ਹੈ ਬ੍ਰਹਮਪੁੱਤਰ ਰਿਵਰ ਨੂੰ ਜੁਆਇਨ ਕਰਦੇ। ਫਿਰ ਇਹ ਤਿੰਨੋਂ ਰਿਵਰ ਜੁਆਇਨ ਕਰਕੇ ਹੀ ਜੋ ਹੈ ਇਹਦਾ ਨਾਮ ਬ੍ਰਹਮਪੁੱਤਰ ਬਣਦਾ। ਸਿਰਫ ਜਦੋਂ ਇਹ ਇਕੱਲੀ ਫਲੋ ਕਰ ਰਹੀ ਹੁੰਦੀ ਹੈ ਅਰੁਣਾਚਲ ਪ੍ਰਦੇਸ਼ ਉਹਦੇ ਦਾ ਨਾਮ ਦਿਹਾਂਗ ਪੈਂਦਾ ਹੈ। ਉਸ ਤੋਂ ਬਾਅਦ ਜਦੋਂ ਇਹਦੇ ਨਾਲ ਜੋ ਹੈ ਦਿਬਾਂਗ ਔਰ ਲੋਹਿਤ ਰਿਵਰ ਇਹਦੇ ਵਿੱਚ ਜੁਆਇਨ ਹੋ ਜਾਂਦੀ ਉਸ ਤੋਂ ਬਾਅਦ ਇਹਦਾ ਨਾਮ ਬ੍ਰਹਮਪੁੱਤਰ ਆਉਂਦਾ। ਇਸ ਸਾਈਡ ਤੋਂ ਇੱਧਰ ਅਰੁਣਾਚਲ ਪ੍ਰਦੇਸ਼ ਐਂਟਰ ਹੋਈ ਸੀ ਇੱਥੇ ਇਹਦਾ ਨਾਮ ਜੋ ਹੈ ਦਿਬਾਂਗ ਨਾਮ ਤੋਂ ਇੱਧਰੋਂ ਇਹਦੀ ਫਿਰ ਲੋਹਿਤ ਦੀ ਫਾਰਮੇਸ਼ਨ ਲੋਹਿਤ ਐਂਟਰ ਹੁੰਦੀ ਹੈ। ਲੋਹਿਤ ਇਹਦੇ ਵਿੱਚ ਜੋ ਹੈ ਸਾਊਥ ਤੋਂ ਐਂਟਰ ਹੁੰਦੀ ਹੈ ਔਰ ਨਾਰਥ ਤੋਂ ਇਹਦੇ ਵਿੱਚ ਦਿਬਾਂਗ ਐਂਟਰ ਹੁੰਦੀ ਹੈ। ਦਿਬਾਂਗ ਜੋ ਹੈ ਇੱਥੇ ਡਾਇਗਰਾਮ ਦੇ ਵਿੱਚ ਨਹੀਂ ਹੈ ਦਿਬਾਂਗ ਇੱਧਰੋਂ ਐਂਟਰ ਹੁੰਦੀ ਹੈ। ਇਹ ਜੋ ਮੈਂ ਹੁਣੇ ਲਾਈਨ ਡਰਾ ਕੀਤੀ ਹੈ ਇਹ ਦਿਬਾਂਗ ਦੀ ਲਾਈਨ ਹੈ। ਦਿਬਾਂਗ ਇੱਧਰੋਂ ਨਾਰਥ ਦੇ ਵਿੱਚ ਇਹਦੇ ਵਿੱਚ ਐਂਟਰ ਹੁੰਦੀ ਹੈ ਔਰ ਲੋਹਿਤ ਜੋ ਹੈ ਇਹਦੇ ਵਿੱਚ ਲੋਹਿਤ ਵੀ ਕਹਿੰਦੇ ਆ ਉਹਨਾਂ ਦੀ ਪ੍ਰੋਨਾਂਸੀਏਸ਼ਨ ਦੇ ਵਿੱਚ ਲੋਹਿਤ ਜਾਂ ਲੋਹਿਤ ਇੱਧਰੋਂ ਸਾਊਥ ਤੋਂ ਓਰੀਜਨੇਟ ਹੁੰਦੀ ਹੈ। ਫਿਰ ਇੱਥੋਂ ਇਹਦਾ ਨਾਮ ਜੋ ਹੈ ਦੋਨੋਂ ਜਦੋਂ ਜੁਆਇਨ ਹੋ ਜਾਂਦੀ ਹੈ ਫਿਰ ਅਸਮ ਦੇ ਵਿੱਚ ਆ ਕੇ ਇਹਦਾ ਨਾਮ ਜੋ ਹੈ ਬ੍ਰਹਮਪੁੱਤਰ ਆਉਂਦਾ ਹੈ। ਬਹੁਤ ਇੰਪੋਰਟੈਂਟ ਪੁਆਇੰਟ ਹੈ ਡਾਇਰੈਕਟਲੀ ਕੁਐਸਚਨ ਆ ਜਾਂਦਾ ਹੈ ਇਹਦਾ। ਅਰੁਣਾਚਲ ਪ੍ਰਦੇਸ਼ ਦੇ ਵਿੱਚ ਦਿਹਾਂਗ ਨਾਮ ਹੈ ਤਿੱਬਤ ਦੇ ਵਿੱਚ ਤਸਾਂਗਪੋ ਨਾਮ ਹੈ। ਦੈਨ ਉਸ ਤੋਂ ਬਾਅਦ ਜਦੋਂ ਇਹਨੂੰ ਦਿਬਾਂਗ ਨਾਰਥ ਤੋਂ ਜੁਆਇਨ ਕਰਦੀ ਹੈ ਲੋਹਿਤ ਰਿਵਰ ਇਹਨੂੰ ਸਾਊਥ ਤੋਂ ਜੁਆਇਨ ਕਰਦੀ ਹੈ ਉਸ ਤੋਂ ਬਾਅਦ ਅਸਾਮ ਦੇ ਵਿੱਚ ਆ ਕੇ ਇਹਦਾ ਬ੍ਰਹਮਪੁੱਤਰ ਨਾਮ ਆਉਂਦਾ। ਫਿਰ ਇਹ ਦੁਬਰੀ ਤੋਂ ਟਰਨ ਕਰਦੀ ਹੈ। ਦੁਬਰੀਪੁਰ ਅਸਾਮ ਦੇ ਵਿੱਚ ਇੱਕ ਜਗ੍ਹਾ ਹੈ ਇੱਧਰ ਆ ਜਾਂਦੀ ਹੈ ਦੁਬਰੀਪੁਰ ਇੱਥੋਂ ਇਹ ਬੰਗਲਾਦੇਸ਼ ਦੇ ਵਿੱਚ ਜਾਣ ਲਈ ਇੱਥੋਂ ਇਹ ਟਰਨ ਕਰਦੀ ਹੈ। ਔਰ ਇੱਕ ਇੰਪੋਰਟੈਂਟ ਚੀਜ਼ ਇੱਥੇ ਹੈ ਕਿ ਬ੍ਰਹਮਪੁੱਤਰ ਰਿਵਰ ਜੋ ਹਿਮਾਲਿਆ 'ਚ ਓਰੀਜਨੇਟ ਹੁੰਦੀ ਹੈ ਤਾਂ ਆਪਣੇ ਨਾਲ ਇਹ ਬਹੁਤ ਸਾਰੇ ਹੀ ਸੈਡੀਮੈਂਟਲ ਜੋ ਮਟੀਰੀਅਲ ਹੁੰਦੇ ਮਤਲਬ ਬਹੁਤ ਜ਼ਿਆਦਾ ਸੈਂਡ ਇਰੋਡ ਕਰਕੇ ਆਪਣੇ ਨਾਲ ਲਿਆਂਦੀ ਹੈ तो इसका कि ब्रह्मपुत्र रिवर च बहुत सारे जो आईलैंड भी प्रेजेंट है उन्होंने च एक इंपॉर्टेंट आईलैंड जो है वो मजुली आइलैंड है। ये वर्ल्ड का लार्जेस्ट रिवर आइलैंड है। अगर क्वेश्चन है कि वर्ल्ड द लार्जेस्ट रिवर आइलैंड केड़ा है तो मजुली आइलैंड है केड़ी रिवर दे विच है ਬ੍ਰਹਮਪੁੱਤਰ ਰਿਵਰ ਦੇ ਵਿੱਚ ਹੀ ਸਿਚੁਏਟਡ ਹੈ ਔਰ ਏਰੀਆ ਆ ਜਾਂਦਾ ਅਸਮ ਦੇ ਵਿੱਚ। ਅਸਾਮ ਦੇ ਵਿੱਚ ਇਹ ਲੋਕੇਟਡ ਹੈ। ਇੰਪੋਰਟੈਂਟ ਚੀਜ਼ਾਂ ਹੈ ਇੰਪੋਰਟੈਂਟ ਇਹੀ ਹੈ ਨਾਮ ਤੋਂ ਕਿ ਤਸਾਂਗਪੋ ਦੇ ਨਾਮ ਤੋਂ ਕਿਹੜੀ ਰਿਵਰ ਨੂੰ ਜਾਂਦੇ ਹਨ ਤਿੱਬਤ ਦੇ ਵਿੱਚ ਬ੍ਰਹਮਪੁੱਤਰ ਰਿਵਰ ਦਾ ਨਾਮ ਬ੍ਰਹਮਪੁੱਤਰ ਕਦੋਂ ਪੈਂਦਾ ਅਸਾਮ ਦੇ ਵਿੱਚ ਆ ਕੇ ਇਹਦਾ ਨਾਮ ਬ੍ਰਹਮਪੁੱਤਰ ਪੈਂਦਾ। ਅਰੁਣਾਚਲ ਪ੍ਰਦੇਸ਼ ਦੇ ਵਿੱਚ ਇਹਦਾ ਨਾਮ ਦਿਹਾਂਗ ਹੁੰਦਾ। ਦਿਹਾਂਗ ਦੇ ਵਿੱਚ ਜਦੋਂ ਦਿਬਾਂਗ ਔਰ ਲੋਹਿਤ ਜੁਆਇਨ ਕਰਦੀ ਹੈ ਤੇ ਤਿੰਨਾਂ ਦੇ ਕੰਬਾਈਨ ਕੋਰਸ ਆਸਾਮ ਵਿੱਚ ਜਦੋਂ ਐਂਟਰ ਕਰਦਾ ਤਾਂ ਅਸਾਮ ਵਿੱਚ ਐਂਟਰ ਕਰਕੇ ਇਹਦਾ ਨਾਮ ਜੋ ਹੈ ਬ੍ਰਹਮਪੁੱਤਰ ਪੈਂਦਾ। ਫਿਰ ਉਸ ਤੋਂ ਬਾਅਦ ਅਸਾਮ ਦੇ ਵਿੱਚੋਂ ਹੀ ਦੁਬਰੀ ਵਾਲੇ ਏਰੀਆ ਤੋਂ ਇਹ ਟਰਨ ਕਰਕੇ ਬੰਗਲਾਦੇਸ਼ ਦੇ ਵਿੱਚ ਐਂਟਰ ਕਰਦੀ ਹੈ ਅਸਾਮ ਚੋਂ। ਔਰ ਅਸਾਮ ਦੇ ਵਿੱਚ ਇੱਕ ਆਈਲੈਂਡ ਦੀ ਬਹੁਤ ਸਾਰੇ ਵੈਸੇ ਆਈਲੈਂਡ ਦੀ ਫਾਰਮੇਸ਼ਨ ਕਰਦੀ ਹੈ ਲੇਕਿਨ ਇਹ ਜੋ ਲਾਰਜੈਸਟ ਹੈ ਜੋ ਪੂਰੇ ਵਰਲਡ ਦਾ ਹੀ ਲਾਰਜੈਸਟ ਹੈ ਰਿਵਰ ਆਈਲੈਂਡ ਮਜੁਲੀ ਦੀ ਫਾਰਮੇਸ਼ਨ ਕਰਦੀ ਹੈ ਅਸਾਮ ਦੇ ਵਿੱਚ ਹੈ ਬ੍ਰਹਮਪੁੱਤਰ ਰਿਵਰ 'ਚ। ਇੰਪੋਰਟੈਂਟ ਹੈ ਕੁਐਸਚਨ ਆ ਜਾਂਦਾ ਹੈ। ਉਸ ਤੋਂ ਬਾਅਦ ਜਦੋਂ ਬੰਗਲਾਦੇਸ਼ ਦੇ ਵਿੱਚ ਐਂਟਰ ਕਰਦੀ ਹੈ ਅਸਾਮ ਤੋਂ ਐਂਟਰ ਕਰ ਚੁੱਕੀ ਹੈ ਦੁਬਰੀ ਤੋਂ ਐਂਟਰ ਕਰ ਲੈਂਦੀ ਹੈ ਬੰਗਲਾਦੇਸ਼ ਦੇ ਵਿੱਚ। ਇੱਥੋਂ ਇਹਨੂੰ ਤਿਸਤਾ ਰਿਵਰ ਜੋ ਹੈ ਜੁਆਇਨ ਕਰਦੀ ਹੈ। ਇੱਧਰ ਆਪਾਂ ਦੇਖ ਰਹੇ ਸੀ ਇੱਧਰੋਂ ਇਹ ਬੰਗਲਾਦੇਸ਼ ਦੇ ਵਿੱਚ ਐਂਟਰ ਕਰਦੀ ਹੈ ਇਸ ਸਾਈਡ ਤੋਂ ਸਿੱਕਿਮ ਤੋਂ ਰਿਵਰ ਓਰੀਜਨੇਟ ਹੁੰਦੀ ਹੈ ਤਿਸਤਾ ਰਿਵਰ। ਇਹ ਜੋ ਹੈ ਤਿਸਤਾ ਰਿਵਰ ਜੋ ਹੈ ਇਹਨੂੰ ਇੱਥੇ ਬੰਗਲਾਦੇਸ਼ ਦੇ ਵਿੱਚ ਜੁਆਇਨ ਕਰਦੀ ਹੈ। ਬ੍ਰਹਮਪੁੱਤਰ ਰਿਵਰ ਦਾ ਨਾਮ ਸਿਰਫ ਬ੍ਰਹਮਪੁੱਤਰ ਅਸਾਮ ਦੇ ਵਿੱਚ ਹੀ ਜੁਆਇਨ ਕੀਤਾ ਜਾਂਦਾ ਹੈ। ਉਸ ਤੋਂ ਬਾਅਦ ਜੋ ਹੈ ਆਪਣਾ
ਆ ਜਾਂਦਾ ਹੈ ਕਿ ਤਿਸਤਾ ਰਿਵਰ ਇਹਨੂੰ ਜੁਆਇਨ ਕਰਦੀ ਹੈ ਬੰਗਲਾਦੇਸ਼ ਦੇ ਵਿੱਚ। ਇਹਦਾ ਨਾਮ ਫਿਰ ਤਿਸਤਾ ਜਦੋਂ ਇਹਨੂੰ ਜੁਆਇਨ ਕਰਦੀ ਹੈ ਬੰਗਲਾਦੇਸ਼ ਦੇ ਵਿੱਚ, ਬ੍ਰਹਮਪੁੱਤਰ ਰਿਵਰ ਨੂੰ ਜਮੁਨਾ ਨਾਮ ਤੋਂ ਜਾਣਿਆ ਜਾਂਦਾ ਹੈ, ਜਮੁਨਾ ਨਾਮ ਤੋਂ। ਬੰਗਲਾਦੇਸ਼ ਦੇ ਵਿੱਚ ਵੀ ਇਹਦਾ ਬ੍ਰਹਮਪੁੱਤਰ ਨਾਮ ਯੂਜ਼ ਨਹੀਂ ਹੁੰਦਾ, ਬ੍ਰਹਮਪੁੱਤਰ ਨਾਮ ਸਿਰਫ ਆਸਾਮ ਦੇ ਵਿੱਚ ਹੀ ਯੂਜ਼ ਹੁੰਦਾ। ਇਹਦਾ ਨਾਮ ਬਹੁਤ ਇੰਪੋਰਟੈਂਟ ਪੁਆਇੰਟ ਹੈ, ਮੈਂ ਬਾਰ-ਬਾਰ ਰਿਪੀਟ ਕਰ ਰਹੀ ਹਾਂ ਕਿਉਂਕਿ ਅਕਸਰ ਸਟੂਡੈਂਟਸ ਨੂੰ ਲੱਗਦਾ ਕਿ ਬ੍ਰਹਮਪੁੱਤਰ ਦਾ ਨਾਮ ਜੋ ਹੈ ਇੰਡੀਆ ਦੇ ਵਿੱਚ ਵੀ ਬ੍ਰਹਮਪੁੱਤਰ ਹੈ, ਬੰਗਲਾਦੇਸ਼ ਦੇ ਵਿੱਚ ਵੀ ਬ੍ਰਹਮਪੁੱਤਰ ਹੈ। ਤੇ ਇੱਦਾਂ ਨਹੀਂ ਹੈ, ਇੰਡੀਆ ਦੇ ਵਿੱਚ ਵੀ ਸਿਰਫ ਆਸਾਮ ਦੇ ਵਿੱਚ ਹੀ ਬ੍ਰਹਮਪੁੱਤਰ ਨਾਮ ਹੈ, ਜਾਂ ਜੋ ਅਰੁਣਾਚਲ ਪ੍ਰਦੇਸ਼ ਹੈ ਉੱਥੇ ਨਾਮ ਇਹਦਾ ਦਿਬਾਂਗ ਹੈ। ਔਰ ਇੰਡੀਆ ਦੇ ਵਿੱਚ, ਇੰਡੀਆ ਤੋਂ ਜਦੋਂ ਬੰਗਲਾਦੇਸ਼ ਦੇ ਵਿੱਚ ਜਾਂਦੀ ਹੈ ਫਿਰ ਤਿਸਤਾ ਰਿਵਰ ਇਹਨੂੰ ਜੁਆਇਨ ਕਰਦੀ ਹੈ। ਤਿਸਤਾ ਰਿਵਰ ਸਿੱਕਿਮ ਤੋਂ ਓਰੀਜਨੇਟ ਹੁੰਦੀ ਹੈ ਔਰ ਇੱਥੇ ਬੰਗਲਾਦੇਸ਼ ਦਾ ਨਾਮ ਜਮੁਨਾ ਆ ਜਾਂਦਾ ਹੈ। ਫਿਰ ਉਸ ਤੋਂ ਬਾਅਦ ਜਮੁਨਾ ਦੇ ਨਾਲ ਗੰਗਾ ਜੁਆਇਨ ਕਰਦੀ ਹੈ। ਜੋ ਜਮੁਨਾ ਜਦੋਂ ਬੰਗਲਾਦੇਸ਼ ਦੇ ਵਿੱਚ ਜਦੋਂ ਬ੍ਰਹਮਪੁੱਤਰ ਔਰ ਤਿਸਤਾ ਜੁਆਇਨ ਕਰਕੇ ਜਮੁਨਾ ਬਣਾ ਲੈਂਦੇ, ਦੈਨ ਉਸ ਤੋਂ ਬਾਅਦ ਇਹ ਗੰਗਾ ਨੂੰ ਜੁਆਇਨ ਕਰਦੀ ਹੈ। ਗੰਗਾ ਨੂੰ ਜੁਆਇਨ ਕਰਕੇ ਇੱਕ ਪਦਮਾ ਰਿਵਰ ਦੀ ਫਾਰਮੇਸ਼ਨ ਕਰਦੀ ਹੈ। ਇਹ ਜੋ ਅੱਗੇ ਵਾਲਾ ਪੁਆਇੰਟ ਹੈ, ਜੋ ਮੈਂ ਗੰਗਾ ਦਾ ਡਰੇਨੇਜ ਸਿਸਟਮ ਕਰਾਂਗੇ ਉਸ ਤੋਂ ਬਾਅਦ ਆਪਾਂ ਕੰਪਲੀਟ ਮੈਂ ਤੁਹਾਨੂੰ ਪਿਕਚਰ ਦੇ ਨਾਲ ਦੱਸੂਗੀ ਕਿ ਗੰਗਾ ਕਿਸ ਅਕੋਰਡਿੰਗ ਬ੍ਰਹਮਪੁੱਤਰ ਨੂੰ ਜੁਆਇਨ ਕਰਦੀ ਹੈ, ਪਦਮਾ ਦੀ ਫਾਰਮੇਸ਼ਨ ਹੁੰਦੀ ਹੈ। ਦੈਨ ਪਦਮਾ ਔਰ ਗੰਗਾ ਆਪਸ ਦੇ ਵਿੱਚ ਜੋ ਹੈ ਮਰਜ ਕਰਕੇ ਮੇਘਨਾ ਦੇ ਵਿੱਚ ਮਰਜ ਕਰਕੇ ਮੇਘਨਾ ਦੇ ਨਾਮ ਤੋਂ ਫਲੋ ਕਰਦੇ ਆ, ਦੈਨ ਬੰਗਲਾਦੇਸ਼ ਦੇ ਵਿੱਚ ਫਲੋ ਕਰਦੇ ਐਂਡ ਫਾਈਨਲੀ ਉਹ ਆਪਣੇ ਬੇ ਆਫ ਬੰਗਾਲ ਦੇ ਵਿੱਚ ਡਰੇਨ ਹੋ ਜਾਂਦੇ। ਇਸ ਅਕੋਰਡਿੰਗ ਇੱਧਰੋਂ ਦੀ ਇੱਧਰ ਸਾਰਾ ਮਰਜਰ ਹੁੰਦਾ, ਇੱਥੇ ਹੀ ਇਹ ਮੇਘਨਾ ਦੇ ਵਿੱਚ, ਪਦਮਾ ਦੇ ਵਿੱਚ ਔਰ ਗੰਗਾ ਦੇ ਵਿੱਚ ਜੋ ਹੈ ਬ੍ਰਹਮਪੁੱਤਰ ਰਿਵਰ ਜਮੁਨਾ ਤੋਂ, ਜਮੁਨਾ ਜਦੋਂ ਨਾਮ ਇਹਦਾ ਚੇਂਜ ਹੋ ਜਾਂਦਾ ਤਿਸਤਾ ਦੇ ਨਾਲ ਜੁਆਇਨ ਹੋ ਕੇ, ਇਸ ਅਕੋਰਡਿੰਗ ਫਲੋ ਕਰਕੇ ਇੱਧਰ ਇਹ ਬੇ ਆਫ ਬੰਗਾਲ ਦੇ ਵਿੱਚ ਕੰਪਲੀਟਲੀ ਜੋ ਹੈ ਟਰਨ ਹੋ ਜਾਂਦੀ ਇੱਧਰ। ਇਹ ਵਾਲਾ ਜੋ ਪਾਰਟ ਹੈ ਬੰਗਲਾਦੇਸ਼ ਦੇ ਅੰਦਰ ਵਾਲਾ, ਇਹ ਜਿਹੜਾ ਆਪਾਂ ਗੰਗਾ ਡਰੇਨੇਜ ਸਿਸਟਮ ਕਰਾਂਗੇ ਮੈਂ ਤੁਹਾਨੂੰ ਕੰਪਲੀਟਲੀ ਦੱਸੂਗੀ। ਅੱਜ ਆਪਾਂ ਸਿਰਫ ਬ੍ਰਹਮਪੁੱਤਰ ਦੇ ਬਾਰੇ ਹੀ ਦੇਖ ਰਹੇ ਸੀ ਕਿ ਬ੍ਰਹਮਪੁੱਤਰ ਰਿਵਰ ਕਿਸ ਸਾਈਡ ਤੋਂ ਆਉਂਦੀ ਹੈ। ਦੋ ਚੀਜ਼ਾਂ ਅੱਜ ਆਪਾਂ ਡਿਸਕਸ ਕੀਤੀਆਂ ਨੇ। तो ये चीज़ां सी ब्रह्मपुत्र के बारे रिवर के नाल इंपॉर्टेंट, और ट्रिब्यूटरीज जो इंपॉर्टेंट ट्रिब्यूटरीज है, ट्रिब्यूटरीज मतलब होंदियां स्मॉल रिवर्स जो एक लार्ज रिवर ਨੂੰ ज्वाइन करदी हैं। ते एक तां दिहांगी है अरुणाचल प्रदेश ਦੇ ਵਿੱਚ ਇਹਨੂੰ ज्वाइन करदी है, लोहित भी अरुणाचल प्रदेश ਦੇ ਵਿੱਚ ਇਹਨੂੰ ज्वाइन करदी है, एक शुभनश्री भी ਇਹਦੀ ट्रिब्यूटरी है। जो शुभनश्री है वो इधर है, ये वाली जो रिवर है शुभनश्री है, ये भी अरुणाचल प्रदेश ਦੇ ਵਿੱਚ ਹੀ ब्रह्मपुत्र ਨੂੰ ज्वाइन करदी है। उस तो बाद ਤਿਸਤਾ सिक्किम तो ਇਹਨੂੰ ज्वाइन करदी है। ये मेघना जो है, मेघना ਇਹਨੂੰ बांग्लादेश ਦੇ ਵਿੱਚ ज्वाइन करदी है, ਇੱਥੇ ਅਸਮ ਨਹੀਂ ਆਏਗਾ, बांग्लादेश ਦੇ ਵਿੱਚ ज्वाइन करदी है। और एक इंपॉर्टेंट ट्रिब्यूटरी है मानस रिवर भी ਇਹਨੂੰ नॉर्थ ਦੇ ਵੱਲੋਂ ज्वाइन करदी है। ये वाली जो रिवर है मानस रिवर है। तो इधरों मानस रिवर, इधरों दिबांग रिवर, इधरों लोहित रिवर, इधरों ਇਹਦੀ ਤਿਸਤਾ रिवर, इधरों ਇਹਨੂੰ ज्वाइन करदियां ने। ਇਹ ਸਾਰੀਆਂ रिवर ਇਹਨੂੰ ज्वाइन करदियां ट्रिब्यूटरीज ने। दो जो इंपॉर्टेंट ट्रिब्यूटरीज जो याद रखनियां ने, ਉਹ ਇੱਕ ਤਾਂ ਹੈ ਤਿਸਤਾ ਸਿੱਕਿਮ ਦੇ ਵਿੱਚੋਂ ओरिजिनेट करदी है और ਇਹਨੂੰ ਲਾਈਫ ਲਾਈਨ ਆਫ ਸਿੱਕਿਮ ਵੀ ਕਹਿੰਦੇ। ਬਹੁਤ ਇੰਪੋਰਟੈਂਟ ਹੈ, ਡਾਇਰੈਕਟ ਆ ਜਾਂਦਾ ਕਿ ਲਾਈਫ ਲਾਈਨ ਆਫ ਸਿੱਕਿਮ ਦੇ ਨਾਮ ਦੇ ਨਾਲ ਕਿਹੜੀ ਰਿਵਰ ਨੂੰ ਜੋ ਹੈ ਆਪਾਂ ਮੈਂਸ਼ਨ ਕਰਦੇ ਹਾਂ, ਤਾਂ ਤਿਸਤਾ ਰਿਵਰ ਨੂੰ ਮੈਂਸ਼ਨ ਕਰਦੇ ਹਾਂ। ਨੈਕਸਟ ਜੋ ਇੰਪੋਰਟੈਂਟ ਟ੍ਰਿਬਿਊਟਰੀ ਹੈ ਇਹਦੀ ਉਹ ਹੈ ਲੋਹਿਤ ਜੋ ਰਿਵਰ ਹੈ ਅਰੁਣਾਚਲ ਪ੍ਰਦੇਸ਼ ਦੇ ਵਿੱਚ ਇਹਨੂੰ ਜੁਆਇਨ ਕਰਦੀ ਹੈ, ਦਿਹਾਂਗ ਦੇ ਨਾਲ ਮਰਜ ਹੋ ਜਾਂਦੀ ਹੈ। ਦਿਹਾਂਗ ਔਰ ਲੋਹਿਤ ਜੋ ਹੈ ਦਿਬਾਂਗ ਅਰੁਣਾਚਲ ਪ੍ਰਦੇਸ਼ ਦੇ ਵਿੱਚ ਤਿੰਨੋਂ ਆਪਸ ਵਿੱਚ ਮਿਲ ਕੇ ਬ੍ਰਹਮਪੁੱਤਰ ਦੀ ਫਾਰਮੇਸ਼ਨ ਕਰਦੀ ਹੈ। ਬ੍ਰਹਮਪੁੱਤਰ ਦਾ ਨਾਮ ਅਸਾਮ ਦੇ ਵਿੱਚ ਆਉਂਦਾ ਹੈ। तो ये वाला सारा कोर्स ਸੀਗਾ जो ਆਪਾਂ ਰਿਵਰ ਦੇ ਬਾਰੇ ਡਿਸਕਸ ਕੀਤਾ ਹੈ, ਉਹ ਤੋਂ ਚੰਗੀ ਤਰ੍ਹਾਂ ਸਮਝ ਆ ਗਿਆ ਹੋਏਗਾ। ਅਗਰ ਕੋਈ ਅੱਜ ਦੇ ਟੌਪਿਕ ਦੇ ਵਿੱਚ ਕਿਸੇ ਨੂੰ ਕੋਈ ਡਾਊਟ ਹੈ ਤਾਂ ਮੇਥੋਂ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਪੁੱਛ ਸਕਦੇ ਹੋ। ਆਪਾਂ ਰਿਵਰ ਦੇ ਬਾਰੇ ਡਿਸਕਸ ਕਰ ਲਿਆ ਆਪਣਾ ਸਾਰਾ। ਇੰਪੋਰਟੈਂਟ ਇਹੀ ਹੈ ਕਿੱਥੋਂ ਓਰੀਜਨੇਟ ਹੁੰਦੀ ਹੈ, ਬ੍ਰਹਮਪੁੱਤਰ ਰਿਵਰ ਮਾਨਸਰੋਵਰ ਲੇਕ ਤੋਂ ਜੋ ਹੈ ਓਰੀਜਨੇਟ ਹੁੰਦੀ ਹੈ, ਮਾਨਸਰੋਵਰ ਲੇਕ ਦੇ ਵਿੱਚ ਓਰੀਜਨੇਟ ਹੁੰਦੀ ਹੈ। ਦੈਨ ਉਸ ਤੋਂ ਬਾਅਦ ਤਸਾਂਗਪੋ ਦੇ ਨਾਮ ਦੇ ਨਾਲ ਤਿੱਬਤ ਤੋਂ ਇਹਨੂੰ ਜਾਣਦੇ ਹਨ। ਦੈਨ ਉਸ ਤੋਂ ਬਾਅਦ ਇਹਦਾ ਜੋ ਨਾਮ ਹੈ ਅਰੁਣਾਚਲ ਪ੍ਰਦੇਸ਼ ਦੇ ਵਿੱਚ ਜੋ ਹੈ ਇਹਨੂੰ ਆਪਾਂ ਜਾਣਦੇ ਹਾਂ ਦਿਹਾਂਗ ਦੇ ਨਾਮ ਤੋਂ। ਦਿਹਾਂਗ ਦੇ ਵਿੱਚ ਦਿਬਾਂਗ ਔਰ ਲੋਹਿਤ ਰਿਵਰ ਜੁਆਇਨ ਕਰਦੀ ਹੈ। ਅਸਾਮ ਦੇ ਵਿੱਚ ਇਹਨੂੰ ਬ੍ਰਹਮਪੁੱਤਰ ਦੇ ਨਾਮ ਤੋਂ ਜਾਣਦੇ ਹਨ। ਦੈਨ ਉਸ ਤੋਂ ਬਾਅਦ ਬ੍ਰਹਮਪੁੱਤਰ ਦੇ ਵਿੱਚ ਇਹਨੂੰ ਮਾਨਸ ਰਿਵਰ ਔਰ ਸੁਬਨਸ਼੍ਰੀ ਰਿਵਰ ਵੀ ਇਹਨੂੰ ਜੁਆਇਨ ਕਰਦੀਆਂ ਨੇ। ਫਿਰ ਉਸ ਤੋਂ ਬਾਅਦ ਬੰਗਲਾਦੇਸ਼ ਦੇ ਵਿੱਚ ਜਾ ਕੇ ਇਹਨੂੰ ਤਿਸਤਾ ਰਿਵਰ ਜੁਆਇਨ ਕਰਦੀ ਹੈ, ਜਦੋਂ ਇਹਦਾ ਨਾਮ ਯਮੁਨਾ ਆ ਜਾਂਦਾ। ਯਮੁਨਾ ਤੋਂ ਬਾਅਦ ਯਮੁਨਾ ਜਦੋਂ ਗੰਗਾ ਨੂੰ ਜੁਆਇਨ ਕਰਦੀ ਹੈ ਤੇ ਇਹਨੂੰ ਪਦਮਾ ਕਹਿੰਦੇ ਆ। ਉਹ ਚੀਜ਼ ਆਪਾਂ ਜਦੋਂ ਗੰਗਾ ਦੇ ਬਾਰੇ ਡਿਸਕਸ ਕਰਾਂਗੇ ਕਿਉਂਕਿ ਗੰਗਾ ਦਾ ਵੀ ਇਹਦੇ ਵਿੱਚ ਜੁਆਇਨਿੰਗ ਆ ਜਾਂਦੀ ਹੈ, ਉਸ ਤੋਂ ਬਾਅਦ ਇਹਦਾ ਨਾਮ ਪਦਮਾ ਪੈਂਦਾ। ਤਾਂ ਆਪਾਂ ਜਦੋਂ ਗੰਗਾ ਡਰੇਨੇਜ ਸਿਸਟਮ ਡਿਸਕਸ ਕਰਾਂਗੇ ਉਦੋਂ ਮੈਂ ਤੁਹਾਨੂੰ ਕੰਪਲੀਟਲੀ ਡਿਟੇਲ ਦੇ ਵਿੱਚ ਦੱਸਾਂਗੀ। ਤਾਂ ਅੱਜ ਲਈ ਬਸ ਇੰਨਾ ਇੰਪੋਰਟੈਂਟ ਯਾਦ ਰੱਖੋ ਕਿ ਬ੍ਰਹਮਪੁੱਤਰ ਜਦੋਂ ਤਿਸਤਾ ਰਿਵਰ ਨੂੰ ਜੁਆਇਨ ਕਰਦੀ ਹੈ ਤਾਂ ਉਹਦੇ ਦਾ ਨਾਮ ਯਮੁਨਾ ਪੈਂਦਾ। ਉਸ ਤੋਂ ਬਾਅਦ ਇਹਦਾ ਗੰਗਾ ਦੇ ਵਿੱਚ ਜੁਆਇਨ ਹੋ ਕੇ ਪਦਮਾ ਨਾਮ ਪੈਂਦਾ। ਫਿਰ ਪਦਮਾ ਮੇਘਨਾ ਆਪਸ ਦੇ ਵਿੱਚ ਜੁਆਇਨ ਹੋ ਕੇ ਕੰਬਾਈਨ ਇੱਕ ਮੇਘਨਾ ਦੀ ਫਾਰਮੇਸ਼ਨ ਕਰਦੀਆਂ ਨੇ, ਔਰ ਮੇਘਨਾ ਜੋ ਡਾਇਰੈਕਟਲੀ ਹੈ ਬੇ ਆਫ ਬੰਗਾਲ ਦੇ ਵਿੱਚ ਦੈਨ ਮਰਜ ਹੋ ਜਾਂਦੀ ਹੈ। ਨੈਕਸਟ ਜੋ ਇੰਪੋਰਟੈਂਟ ਹੈ ਮਜੂਲੀ ਆਈਲੈਂਡ ਦਾ ਨਾਮ वर्ल्ड का लार्जेस्ट रिवराइन आइलैंड है। बाकी ਇਹਦੀ ट्रिब्यूटरीज ਦਾ ਨਾਮ ਜੋ ਹੈ ਐਜ਼ ਇਟ ਇਜ਼ ਯਾਦ ਕਰ ਲਓ। ਇਹੀ ਸਭ ਚੀਜ਼ਾਂ ਹੈ ਜੋ ਇੰਪੋਰਟੈਂਟ ਨੇ। ओरिजिनेट तिब्बत मानसरोवर तो ਹੁੰਦੀਆਂ, ਅਰੁਣਾਚਲ ਪ੍ਰਦੇਸ਼ ਤੋਂ ਨਹੀਂ ਹੁੰਦੀਆਂ। ਤਿੱਬਤ ਦੇ ਵਿੱਚੋਂ ओरिजिनेट ਹੁੰਦੀ, ਇਸ ਸਾਈਡ ਤੋਂ ਜੋ ਹੈ ਤਿੱਬਤ ਦੇ ਵਿੱਚੋਂ ओरिजिनेट ਹੁੰਦੀ ਹੈ।
तो ये सब चीज़ां इस अकॉर्डिंग जो अपना जोग्राफी का जो कंप्लीट आप कोर्स करांगे सारा फर्स्ट मैं ਤੁਹਾਨੂੰ ਇਹ ਕਿਹਾ ਕਿ ਇੰਡੀਅਨ ਜੋਗ੍ਰਾਫੀ ਉਹਦੇ ਬਾਰੇ ਡਿਸਕਸ ਕਰਾਂਗੇ ਜਿਹਦੇ ਵਿੱਚ ਆਪਾਂ ਫਰਸਟ ਇੰਡੀਅਨ ਡਰੇਨੇਜ ਸਿਸਟਮ ਨੂੰ ਡਿਸਕਸ ਕਰਾਂਗੇ ਦੈਨ ਫਿਜ਼ੀਓਗ੍ਰਾਫੀ ਦੈਨ ਇੰਡੀਅਨ ਸਿਟੀਜ਼ ਬਾਕੀ ਸਾਰਾ ਕੁਝ ਇੰਡੀਆ ਦੀ ਜੋ ਹਿਊਮਨ ਜੋਗ੍ਰਾਫੀ ਉਹ ਡਿਸਕਸ ਕਰਾਂਗੇ ਦੈਨ ਉਸ ਤੋਂ ਬਾਅਦ ਆਪਾਂ ਡਿਸਕਸ ਕਰਾਂਗੇ ਆਪਣੀ ਫਿਜ਼ੀਕਲ ਜੋਗ੍ਰਾਫੀ ਜਿਹਦੇ ਵਿੱਚ ਆਪਾਂ ਪੂਰੇ ਲੈਂਡ ਫਾਰਮਸ ਪੂਰਾ ਆਪਣਾ ਐਟਮੋਸਫੇਰਿਕ ਜੋ ਲੇਅਰਸ ਨੇ ਜੋ ਅਰਥ ਦੀਆਂ ਲੇਅਰਸ ਨੇ ਔਰ ਮਿਨਰਲਸ ਵਾਲਾ ਜੋ ਪੁਆਇੰਟ ਹੈ ਉਹ ਸਾਰਾ ਕੁਝ ਫਿਜ਼ੀਕਲ ਜੋਗ੍ਰਾਫੀ ਦੇ ਵਿੱਚ ਆਪਾਂ ओशन विंड्स करंट लाल लीनो इन लीनो ये सारा कुछ जो है अपने जो करंट्स ने ये डिस्कस करांगे तो उस तो बाद अपनी वर्ल्ड की जोग्राफी आप कंप्लीट इस अकॉर्डिंग डिस्कस करांगे सो आई होप ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ ਕੋਈ ਡਾਊਟ ਹੈ ਤਾਂ ਪੁੱਛ ਸਕਦੇ ਹੋ ਤੁਸੀਂ ਮੈਨੂੰ ਯੈਸ ਇੰਡੀਆ ਦੇ ਵਿੱਚ ਅਰੁਣਾਚਲ ਦੇ ਵਿੱਚ ਹੀ ਐਂਟਰ ਕਰਦੀ ਇੰਡੀਆ ਦੇ ਵਿੱਚ ਐਜ਼ ਇਨ ਬ੍ਰਹਮਪੁੱਤਰ ਦੇ ਨਾਮ ਤੋਂ ਨਹੀਂ ਕਰਦੀ ਮੈਂ ਤੁਹਾਨੂੰ ਹੁਣੇ ਦੱਸਿਆ ਹੈ ਉਹ ਇੱਥੇ ਦਿਬਾਂਗ ਦੇ ਨਾਮ ਤੋਂ ਹੁੰਦੀ ਹੈ ਅਰੁਣਾਚਲ ਪ੍ਰਦੇਸ਼ ਦੇ ਵਿੱਚ ਬ੍ਰਹਮਪੁੱਤਰ ਜੋ ਨਾਮ ਹੈ ਇਹਦਾ ਉਹ ਅਸਮ ਦੇ ਵਿੱਚ ਆਂਦਾ ਹੈ ਸੋ ਇਹ ਸਭ ਚੀਜ਼ਾਂ ਆਪਾਂ ਡਿਸਕਸ ਕੀਤੀਆਂ ਸੋ ਆਈ ਹੋਪ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਿਆ ਹੋਣਾ ਆਈ ਹੋਪ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਿਆ ਨਾ ਸੋ ਆਪਾਂ ਇਸ ਸੈਸ਼ਨ ਜੋ ਹੈ ਇੱਥੇ ਹੀ ਕਨਕਲੂਡ ਕਰ